ਕਰਤਾ ਪੁਰਖ ਨਿਰਭਉ ਬਾਣੀ ਗੁਰੂ ਗੁਰੂ ਹੈ ਬਾਣੀ ਵਿੱਚ ਬਾਣੀ ਅੰਮ੍ਰਿਤ ਸਾਰੇ ਗੁਰਬਾਣੀ ਕਹੈ ਸੇਵਕ ਜਨ ਮਾਨੈ ਪ੍ਰਤੱਖ ਗੁਰੂ ਨਿਸਤਾਰੇ ਗਿਆਨ ਧਿਆਨ ਕਿਛ ਕਰਮ ਨ ਜਾਣਾ ਸਾਰ ਨ ਜਾਣਾ ਤੇਰੀ ਸਭ ਤੇ ਵੱਡਾ ਸਤਿਗੁਰ ਨਾਨਕ ਜਿਨ ਗਲ ਰਾਖੀ ਮੇਰੀ ਨਾ ਹੋ ਜਤੀ ਸਤੀ ਨਹੀਂ ਪੜਿਆ ਮੂਰਖ ਮੁਗਦਾ ਜਨਮ ਤਇਆ ਪ੍ਰਣਵਤ ਨਾਨਕ ਤਿਨ ਕੀ ਸਰਨਾ ਜਿਨ ਤੂੰ ਨਾਹੀ ਵਿਸਰਿਆ ਸਜਣ ਸਜਾ ਆਤ ਸਿਰ ਸਾਧੈ ਸਾ ਜਿਸ ਪਾਸ ਬਹਿਠਿਆ ਸੋਹੀਐ ਸਭਨਾ ਦਾਵੇ ਜਿਸ ਪਾਸ ਬਹਿਠਿਆ ਸੋਹੀਐ ਸਭਨਾ ਦਾਵੇ ਸ੍ਰੀ ਵਾਹਿਗੁਰੂ ਸਾਹਿਬ ਜੀਓ। ਕਤਿਕ ਕਰਮ ਕਮਾਵਣੇ ਦੋਸ ਨ ਕਾਹੂ ਜੋਗ ਪਰਮੇਸ਼ਰ ਤੇ ਭੁੱਲਿਆ ਵਿਆਪਨ ਸਪੇ ਲੋਗ ਕਤਕ ਕਰਮ ਕਮਾਵਣੇ ਦੋਸ ਨ ਕਾਹੂ ਜੋਗ ਪਰਮੇਸ਼ਰ ਤੇ ਭੁੱਲਿਆ ਵਿਆਪਨ ਸਭੇ ਰੋਗ ਬੇਮੁਖ ਹੋਏ ਰਾਮ ਤੇ ਲਗਨ ਜਨਮ ਵਿਯੋਗ ਕਿਨ ਮੈਂ ਕੌੜੇ ਹੋਏ ਗਏ ਜਿਤੜੇ ਮਾਇਆ ਭੋਗ ਵਿੱਚ ਨਾ ਕੋਈ ਕਰ ਸਕੈ ਕਿਸ ਪੈ ਰੋਵੈ ਰੋਜ ਕੀਤਾ ਕਿਛੁ ਨ ਹੋਵਈ ਲਿਖਿਆ ਧੁਰ ਸੰਜੋਗ
ਬੜ ਭਾਗੀ ਮੇਰਾ ਪ੍ਰਭ ਮਿਲੈ, ਤਾਂ ਉਤਰੈ ਸਭ ਵਿਯੋਗ। ਨਾਨਕ ਕਉ ਪ੍ਰਭ ਰਾਖ ਲਿਹੁ, ਮੇਰੀ ਸਾਹਿਬ ਬੰਦੀ ਮੋਚ। ਕਤਕ ਹੋਵੈ ਸਾਧ ਸੰਗ, ਬਿਨ ਸੇ ਸਭੇ ਸੋਚ। ਨਾਨਕ ਕੋ ਪ੍ਰਭ ਰਾਖ ਲਿਹੁ, ਮੇਰੀ ਸਾਹਿਬ ਬੰਦੀ ਮੋਚ। ਕਤਕ ਹੋਵੈ ਸਾਧ ਸੰਗ, ਬਿਨ ਸੇ ਸਭੇ ਸੋਚ। ਕਤਕ ਕਰਮ ਕਮਾਵਣੇ, ਦੋਸ ਨਾ ਕਾਹੂ ਜੋਗ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪਰਮ ਸਤਿਕਾਰਯੋਗ ਸਾਜੀ ਨਿਵਾਜੀ ਗੁਰੂ ਸਰੂਪ ਗੁਰੂ ਖਾਲਸਾ ਗੁਰ ਸੰਗਤ ਜੀਓ, ਬਹੁਤ ਹੀ ਵੱਡਿਆਂ ਭਾਗਾਂ ਵਾਲੇ ਹਾਂ ਜੋ ਕਿ ਜੁਗੋਂ ਜੁਗ ਅਟਲ ਜਬਰ ਸ਼ਤਰ ਤਖਤ ਦੇ ਮਾਲਕ ਗੁਰਤਾ ਗਦੀ ਉੱਪਰ ਵਿਰਾਜਮਾਨ ਦਸਾਂ ਪਾਤਸ਼ਾਹੀਆਂ ਦੀ ਜਾਗਦੀ ਜੋਤ ਸ਼ਬਦਾ ਅਵਤਾਰ ਸਤਿਗੁਰੂ ਰਾਜਾਨ ਰਾਜ ਭਾਨ ਭਾਨ ਦੀਵਾਨ ਦੇਵ ਮਹਾਨ ਦੀਦਿਆ ਭਗਤ ਭਾਵਨ ਕਰਨਾ ਨਿਧਾਨ ਬਖਸ਼ਿਸ਼ ਭਗਤ ਵਸ਼ਲ ਸਾਹਿਬ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਤਿਨਾਂ ਦੀ ਪਾਵਨ ਪਵਿੱਤਰ ਹਜ਼ੂਰੀ ਦੇ ਅੰਦਰ ਜੁੜ ਕੇ ਬੈਠਣ ਦਾ ਸੁਭਾਗ ਸਮਾਂ ਪ੍ਰਾਪਤ ਹੋਇਆ। ਸਤਿਗੁਰੂ ਜੀ ਦੀ ਅਪਾਰ ਕਿਰਪਾ ਦਾ ਸਦਕਾ ਅੰਮ੍ਰਿਤ ਵੇਲੇ ਤੋਂ ਦੀਵਾਨ ਸਜਾਏ ਗਏ, ਸਜੇ ਹੋਏ ਦੀਵਾਨਾਂ ਦੇ ਅੰਦਰ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਪਾਵਨ ਪਵਿੱਤਰ ਸਰੂਪਾਂ ਦੀ ਪ੍ਰਕਾਸ਼ ਦੀ ਸੇਵਾ ਬਹੁਤ ਹੀ ਸਤਿਕਾਰਯੋਗ ਗ੍ਰੰਥੀ ਸਿੰਘਾਂ ਪਾਸੋਂ ਹੋਈ। ਉਪਰੰਤ ਹੁਕਮਨਾਮਾ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਜੀ ਨੇ ਬਖਸ਼ਿਸ਼ ਕੀਤਾ ਹੈ। ਪੰਜਾਂ ਬਾਣੀਆਂ ਦੇ ਨਿਤਨੇਮ ਦੇ ਜਾਪ ਹੋਏ। ਉਪਰੰਤ ਸ੍ਰੀ ਆਸਾ ਜੀ ਦੀ ਵਾਰ ਦੇ ਹਰ ਰਸ ਕੀਰਤਨ ਮੇਰੇ ਬਹੁਤ ਹੀ ਸਤਿਕਾਰਯੋਗ ਹਜ਼ੂਰੀ ਲਾਗੀ। ਭਾਈ ਸਾਹਿਬ ਭਾਈ ਲਖਵੀਰ ਸਿੰਘ ਉਹਨਾਂ ਦੇ ਜਥੇ ਪਾਸੋਂ ਨੇਤਾ ਪ੍ਰਤੀ ਹਰ ਰੋਜ਼ ਦੀ ਤਰ੍ਹਾਂ ਆਪਾਂ ਹਰ ਜਸ ਕੀਰਤਨ ਸਰਵਣ ਕਰਦੇ ਆ ਰਹੇ ਹਾਂ। ਵਡਭਾਗੇ ਹਾਂ ਸੱਚੇ ਪਾਤਸ਼ਾਹ ਮਹਾਰਾਜ ਨੇ ਕਿਰਪਾ ਕੀਤੀ ਹੈ, ਸੰਗਤ ਦਾ ਆਨੰਦ ਮਾਣਨ ਦਾ ਸੁਭਾਗ ਸਮਾਂ ਪ੍ਰਾਪਤ ਹੋਇਆ। ਅੱਜ ਆਪ ਸੰਗਤਾਂ ਨੂੰ ਸਭ ਨੂੰ ਪਤਾ ਹੈ ਕਿ ਕੱਤਕ ਮਹੀਨੇ ਦੀ ਸੰਗਰਾਂਦ ਦਾ ਜੋ ਦਿਹਾੜਾ ਹੈ, ਜਿੱਥੇ ਕਿੱਥੇ ਵੀ ਗੁਰੂ ਨਾਨਕ ਨਾਮ ਲੈਵਾ ਸੰਗਤਾਂ ਸੱਚੇ ਪਾਤਸ਼ਾਹ ਮਹਾਰਾਜ ਜੀ ਦੇ ਦਰ ਘਰ ਤੋਂ ਹਰੋਸਾਲੇ ਹੋਏ ਗੁਰੂ ਕੇ ਸਿੱਖ ਵਸ ਰਹੇ ਹੈ। ਉਹ ਗੁਰਮੁਖੋ ਅੱਜ ਸੰਗਰਾਂਦ ਦਾ ਦਿਹਾੜਾ ਬੜੀ ਖੁਸ਼ੀ ਦੇ ਨਾਲ, ਬੜੇ ਹੀ ਆਨੰਦ ਦੇ ਨਾਲ ਮਨਾ ਰਹੇ ਹੈ। ਜੋ ਪਿਛਲਾ ਜਿਹੜਾ ਮਹੀਨਾ ਸੀ ਅਸੂ ਦਾ ਮਹੀਨਾ, ਗੁਰਮੁਖੋ ਹਰ ਇੱਕ ਮਨੁੱਖ ਦਾ ਲੰਘ ਗਿਆ, ਪਤਾ ਨਹੀਂ ਅਸੂ ਦੇ ਮਹੀਨੇ ਦੇ ਵਿੱਚ ਜੋ ਸੰਗਤ ਦੇ ਵਿੱਚ ਸਜੇ ਹੋਏ ਸੀ, ਉਹਨਾਂ ਦੇ ਵਿੱਚੋਂ ਕਈ ਵਾਰੀ ਕੋਈ ਘਟ ਜਾਂਦਾ ਹੈ, ਕੋਈ ਵੱਧ ਜਾਂਦਾ ਹੈ। ਗੁਰਮੁਖੋ ਇਹ ਅਕਾਲ ਪੁਰਖ ਪਰਮਾਤਮਾ ਵਾਹਿਗੁਰੂ ਦੀ ਬਣਾਈ ਹੋਈ ਇਹ ਮਰਿਆਦਾ ਹੈ। ਸੰਸਾਰ ਦੇ ਅੰਦਰ ਜੋ ਵੀ ਹੁੰਦਾ ਹੈ, ਜੋ ਆਵੈ ਸੋ ਚਲਸੀ, ਸਾਰਿਆਂ ਨੇ ਚਲੇ ਜਾਣਾ ਹੈ। ਕੋਈ ਵੀ ਇਸ ਸੰਸਾਰ ਦੇ ਅੰਦਰ ਸਥਿਰ ਨਹੀਂ ਹੈ। ਸਥਿਰ ਹੈ ਤਾਂ ਇੱਕੋ ਇੱਕ ਅਕਾਲ ਪੁਰਖ ਪਰਮਾਤਮਾ ਦਾ ਨਾਮ ਹੈ, ਬਾਣੀ ਹੈ। ਅੱਜ ਦਾ ਕੱਤਕ ਦਾ ਮਹੀਨਾ ਹੈ। ਕੱਤਕ ਦੇ ਮਹੀਨੇ ਨੂੰ ਮੁੱਖ ਰੱਖ ਕੇ
ਮਹੀਨਾ ਤੇ ਕੱਤਕ ਦਾ ਜਿਹੜਾ ਮਹੀਨਾ ਹੈ, ਗੁਰਮੁਖੋ ਜੇ ਆਪਾਂ ਕਹੀਏ ਕਿ ਪਖੰਡਵਾਦ ਦੇ ਵਿੱਚ ਬਹੁਤ ਮਾੜਾ ਮੰਨਿਆ ਜਾਂਦਾ ਹੈ। ਦੁਨੀਆ ਦੇ ਵਿੱਚ ਇਹ ਪੋਹ ਦਾ ਮਹੀਨਾ ਤੇ ਕੱਤਕ ਦਾ ਮਹੀਨਾ ਬਹੁਤ ਜ਼ਿਆਦਾ ਮਾੜਾ ਮੰਨਿਆ ਜਾਂਦਾ ਹੈ। ਪਰ ਮੇਰੇ ਦੀਨ ਦਿਆਲ ਸਤਿਗੁਰੂ ਗੁਰੂ ਨਾਨਕ ਦੇਵ ਜੀ ਪਾਤਸ਼ਾਹ ਮਹਾਰਾਜ ਆਪ ਨਾਰਾਇਣ ਕਲਾ ਧਾਰ ਜਗ ਮਹਿ ਪਰਵਰਿਓ, ਨਿਰੰਕਾਰ ਆਕਾਰ ਜੋਤ ਜਗ ਮੰਡਲ ਕਰਿਓ। ਧੰਨ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਮਹਾਰਾਜ ਜੀ ਨੇ ਕੱਤਕ ਦੀ ਪੂਰਨਮਾਸੀ ਨੂੰ ਗਰੀਬ ਨਵਾਜ ਨੇ ਇਸ ਸੰਸਾਰ ਦੇ ਅੰਦਰ ਸਰੀਰ ਰੂਪ ਦੇ ਵਿੱਚ ਦੀਨ ਦਿਆਲ ਸਤਿਗੁਰੂ ਜੀ ਆਏ। ਧੰਨ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ। ਫਿਰ ਉਹ ਦੇ ਮਹੀਨੇ ਦੀ ਗੱਲ ਕਰੀਏ, ਉਹ ਦਾ ਮਹੀਨਾ ਬੜਾ ਮਾੜਾ ਮੰਨਿਆ ਜਾਂਦਾ ਹੈ। ਪਰ ਇਸ ਭਰਮ ਨੂੰ ਦੂਰ ਕਰਨ ਵਾਸਤੇ, ਖਤਮ ਕਰਨ ਵਾਸਤੇ ਧੰਨ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਮਹਾਰਾਜ ਜੀ ਦੇ 10ਵੇਂ ਅਵਤਾਰ ਸਾਹਿਬ ਸਤਿਗੁਰੂ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਮਹਾਰਾਜ ਜੀ ਨੇ ਆਪ ਖੁਦ ਅਵਤਾਰ ਧਾਰਿਆ। ਇਹ ਸਾਨੂੰ ਭਰਮ ਦੇ ਵਿੱਚੋਂ ਕੱਢ ਦਿੱਤਾ ਹੈ। ਗੁਰਮੁਖੋ ਆਪ ਸੰਗਤ ਦੂਰ ਦਰੇਡਿਆਂ ਤੋਂ ਚੱਲ ਕੇ ਆਉਣੇ ਹੋ। ਅੱਜ ਸੰਗਰਾਂਦ ਦਾ ਦਿਨ ਹੈ ਤੇ ਗੁਰੂ ਜੀ ਦੇ ਕੋਲੇ ਪ੍ਰਣ ਕਰਕੇ ਜਾਈਏ ਕਿ ਮਹਾਰਾਜ ਜਿਹੜੇ ਸ਼ਬਦ ਦੇ ਤੁਸੀਂ ਵਿਚਾਰ ਸਾਨੂੰ ਸੁਣਾਓਗੇ, ਸਾਨੂੰ ਕਹੋਗੇ, ਜੋ ਸਾਨੂੰ ਸਿੱਖਿਆ ਤੁਸੀਂ ਦੀਨ ਦਿਆਲ ਸਤਿਗੁਰੂ ਜੀ ਦੱਸੋਗੇ, ਉਸ ਸ਼ਬਦ ਦੇ ਉੱਪਰ ਅਸੀਂ ਸਾਰਾ ਮਹੀਨਾ ਆਪਣਾ ਸਫਲਾ ਕਰ ਲੈਣਾ ਹੈ। ਜੇ ਸਤਿਗੁਰੂ ਨੇ ਕਿਹਾ ਬਾਣੀ ਪੜ੍ਹਨੀ ਹੈ, ਭਾਈ ਬਾਣੀ ਪੜ੍ਹਨੀ ਹੈ, ਬਾਣੀ ਪੜ੍ਹਨੀ ਹੈ, ਸਿਮਰਨ ਕਰਨਾ ਕਰਾਂਗੇ। ਸਤਿਗੁਰੂ ਜੀ ਦੀ ਬਾਣੀ ਸੱਤ ਕਰਕੇ ਮੰਨਾਂਗੇ ਤੇ ਪ੍ਰਣ ਕਰਕੇ ਜਾਇਓ। ਕੱਤਕ ਦਾ ਮਹੀਨਾ ਹੈ। ਗੁਰਮੁਖੋ ਕੱਤਕ ਦੇ ਮਹੀਨੇ ਦੇ ਵਿੱਚ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਮਹਾਰਾਜ, ਜਿਨ੍ਹਾਂ ਦੇ ਕੋਲੇ ਭਾਈ ਸਾਹਿਬ ਭਾਈ ਗੁਰਦਾਸ ਸਾਹਿਬ ਜੀ ਅਤੇ ਬ੍ਰਹਮ ਗਿਆਨੀ ਬਾਬਾ ਬੁੱਢਾ ਜੀ ਅਤੇ ਹੋਰ ਗੁਰੂ ਕੇ ਸਿੱਖਾਂ ਨੇ ਬੇਨਤੀ ਕੀਤੀ ਸੀ ਕਿ ਗੁਰੂ ਨਾਨਕ ਦੇਵ ਮਹਾਰਾਜ ਜੀ ਨੇ ਮਹਾਰਾਜ ਤੁਖਾਰੀ ਰਾਗ ਦੇ ਅੰਦਰ ਮਹਾਰਾਜ 12 ਨਾਮ ਉਚਾਰਨ ਕੀਤੀ ਹੈ, ਬੜੀ ਕਠਿਨ ਹੈ। ਉਹ ਨਾ ਕਿਸੇ ਗੁਰਸਿੱਖ ਤੋਂ ਕਥਾ ਸੁਣਾਈ ਜਾਂਦੀ ਹੈ, ਨਾ ਕੋਈ ਆਮ ਪੜ੍ਹ ਸਕਦਾ ਤੇ ਸੁਣਨ ਵਾਲਿਆਂ ਨੂੰ ਕੋਈ ਸਮਝ ਨਹੀਂ ਆਉਂਦੀ। ਕਿਰਪਾ ਕਰਕੇ ਕੋਈ ਸੁਖਾਲੀ ਬਾਣੀ ਆਪ ਉਚਾਰਨ ਕਰੋ। ਮੇਰੇ ਦੀਨ ਦਿਆਲ ਧੰਨ ਸਾਹਿਬ ਸਤਿਗੁਰੂ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਮਹਾਰਾਜ ਨੇ ਇਹ ਗੁਰਮੁਖੋ 12 ਮਾਹ ਮਹਲਾ ਪੰਜਵਾ ਦੇ ਵਿੱਚ ਇਹ ਬਾਣੀ ਧੰਨ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਮਹਾਰਾਜ ਨੇ ਆਪਣੇ ਸ੍ਰੀ ਕੰਠ ਤੋਂ ਉਚਾਰਨ ਕੀਤੀ। ਭਾਈ ਸਾਹਿਬ ਭਾਈ ਗੁਰਦਾਸ ਸਾਹਿਬ ਜੀ ਉਹਨਾਂ ਨੇ ਰਾਮਸਰ ਸਰੋਵਰ ਦੇ ਕਿਨਾਰੇ ਕੰਢੇ ਦੇ ਉੱਪਰ ਇਹ ਲਿਖੀ ਹੈ। ਸੋ ਆਓ, ਜਿਵੇਂ ਅੱਜ ਕੱਤਕ ਦੇ ਮਹੀਨੇ ਦੇ ਵਿੱਚ ਸਾਨੂੰ ਸਤਿਗੁਰੂ ਜੀ ਸਿੱਖਿਆ ਦੇ ਰਹੇ ਹੈ, ਸੱਚੇ ਪਾਤਸ਼ਾਹ ਮਹਾਰਾਜ ਜੀ ਦੇ ਸ਼ਬਦ ਦੀ ਵਿਚਾਰ ਭਾਈ ਕਰੀਏ। ਗੁਰਮੁਖੋ ਸਾਰੇ ਗੁਰੂ ਚਰਨਾਂ ਦੇ ਅੰਦਰ ਹਾਜ਼ਰੀਆਂ ਲਵਾਇਓ। ਜਿੱਥੇ ਆਪਾਂ ਸਰੀਰ ਕਰਕੇ ਸਜੇ ਹੋਏ ਹਾਂ, ਉੱਥੇ ਮਨ ਦੀ ਖੁਰਾਕ ਸ਼ਬਦ ਨੂੰ ਵੀ ਅੰਦਰ ਧਿਆਨ ਹੋ ਕੇ ਜੋੜ ਲਈਏ। ਮਨ ਨੂੰ ਇਕਾਗਰ ਕਰੀਏ, ਕੋਈ ਵੀ ਰਸਨਾ ਵਾਜੀ ਨਾ ਰਵੇ। ਬੁਲੰਦ ਆਵਾਜ਼ ਦੇ ਵਿੱਚ ਸਾਰੇ ਜਪਿਓ ਜੀ ਸਤਿਨਾਮ
ਹੁਣ ਗੁਰਮੁਖੋ ਸੰਸਾਰ ਦੇ ਵਿੱਚ ਵਿਚਰਦਿਆਂ ਸਾਨੂੰ ਦੁੱਖ ਆਉਂਦੇ ਐ, ਸੁੱਖ ਆਉਂਦੇ ਐ, ਪਰ ਇਹ ਜੀਵ ਦੀ ਐਸੀ ਹਾਲਤ ਹੈ ਕਿ ਜਬ ਕਛ ਪਾਵੈ ਤਬ ਗਰਭ ਕਰਤ ਹੈ, ਮਾਇਆ ਗਈ ਤਬ ਰੋਗਣ ਲਗਤ ਹੈ। ਜਦੋਂ ਤੱਕ ਜਪਾ ਲੈਂਦਾ ਉਸ ਵਕਤ ਪਰਮਾਤਮਾ ਨੂੰ ਭੁੱਲ ਜਾਂਦਾ ਹੈ, ਤੇ ਜਦੋਂ ਕੰਗਾਲ ਹੋ ਜਾਂਦਾ ਹੈ ਫਿਰ ਰੋਗਣ ਲਗਤ ਹੈ, ਰੋਂਦਾ ਹੈ, ਕਰਵਾਉਂਦਾ ਹੈ। ਇਹ ਸਾਰੀ ਕਰਮਾਂ ਦੀ ਖੇਡ ਹੈ। ਸੰਸਾਰ ਉੱਪਰ ਦੀਨ ਦਿਆਲ ਵਾਹਿਗੁਰੂ ਨੇ ਦੁੱਖ ਸੁੱਖ ਪੁਰਬ ਜਨਮ ਕੇ ਕੀਏ, ਸਾਰੇ ਪੁਰਬ ਦੇ ਕਰਮਾਂ ਦੇ ਦੁੱਖ ਸੁੱਖ ਕੀਤੇ, ਪੈਦਾ ਕੀਤੇ ਹੋਏ। ਇੱਥੇ ਗੱਲ ਕੀਤੀ ਹੈ ਕਿ ਕਤਕ ਕਰਮ ਕਮਾਵਣੇ ਦੋਸ ਨਾ ਕਾਬੂ ਜੋਗ, ਕਿ ਭਾਈ ਜਿਹੜੇ ਕਤਕ ਦੇ ਮਹੀਨੇ ਦੇ ਵਿੱਚ ਕਰਮ ਕਮਾਵਣੇ ਕਮਾਉਣੇ ਆ ਨਾ, ਤੁਸੀਂ ਕੋਈ ਚੰਗਾ ਕਰਮ ਕਰਦਾ ਹੈ, ਕੋਈ ਮਾੜਾ ਕਰਮ ਕਰਦਾ ਹੈ, ਚੰਗੇ ਫਲ ਦਾ ਕਰਮ ਤੋਂ ਚੰਗਾ ਹੀ ਨਤੀਜਾ ਮਿਲਦਾ ਹੈ, ਚੰਗੇ ਕਰਮ ਦਾ ਚੰਗਾ ਫਲ ਮਿਲ ਜਾਂਦਾ ਹੈ। ਪਰ ਜਦੋਂ ਕੋਈ ਮਾੜਾ ਕਰਮ ਕਰਦਾ ਹੈ ਉਹਨੂੰ ਉਸ ਤਰ੍ਹਾਂ ਦਾ ਜਿਹੜਾ ਫਲ ਮਿਲ ਜਾਂਦਾ ਹੈ। ਫਿਰ ਧੰਨ ਗੁਰੂ ਅਰਜਨ ਦੇਵ ਮਹਾਰਾਜ ਜੀ ਨੇ ਕਿਹਾ ਕਿ ਇਹ ਗੱਲ ਆਪਣੇ ਗ੍ਰਹਿਣ ਕਰ ਲਓ, ਆਪਣੇ ਅੰਦਰ ਵਸਾ ਲਓ ਕਿ ਦੋਸ ਨਾ ਕਾਬੂ ਯੋਗ, ਦੱਦਾ ਦੋਸ ਨਾ ਦੱਦਾ ਦੋਸ ਨਾ ਕਿਸੇ ਨੂੰ ਦੋਸ ਕਰਨਾ ਆਪਣੇ ਆ, ਕਿਸੇ ਨੂੰ ਦੋਸ ਨਾ ਦਿਓ, ਦੱਦਾ ਦੋਸ ਨਾ ਦਿਓ ਕਿਸੇ, ਦੋਸ ਕਰਮਾਂ ਆਪਣੇ ਆ, ਜੋ ਮੈਂ ਕੀਆ ਸੋ ਮੈਂ ਪਾਇਆ, ਦੋਸ ਨਾ ਦੀਜੈ ਅਵਰ ਜਣਾ, ਕਿਸੇ ਹੋਰ ਮਨੋਂ ਦੋਸ਼ ਨਹੀਂ ਦੇਣਾ ਚਾਹੀਦਾ। ਗੁਰਮੁਖੋ ਕਰਮ ਆਪਾਂ ਆਪਣੇ ਹਿਸਾਬ ਦੇ ਨਾਲ ਕਰਦੇ ਹਾਂ, ਪਰ ਐਸੇ ਵੀ ਕਰਮ ਅਕਾਲ ਪੁਰਖ ਪਰਮਾਤਮਾ ਵਾਹਿਗੁਰੂ ਨੇ ਜੋ ਜਿਵੇਂ ਕਿਹਾ ਕਿ ਲੇਖ ਨਾ ਮਿਟੀ ਜੇ ਸਕੀ ਜੋ ਲਿਖਿਆ ਕਰਤਾਰ, ਕਰਤਾ ਅਕਾਲ ਪੁਰਖ ਪਰਮਾਤਮਾ ਵਾਹਿਗੁਰੂ ਨੇ ਜੋ ਲੇਖ ਲਿਖੇ ਹੈ। ਕਰਮ ਕੀ ਹੈ? ਜੇ ਆਪਾਂ ਇਹ ਨਿਰਣਾ ਲਾਉਣਾ ਪਵੇ, ਇਹ ਨਿਰਣਾ ਕਰੀਏ ਕਿ ਕਰਮ ਕੀ ਹੈ, ਤਾਂ ਗੁਰਮੁਖੋ ਉਸ ਦੇ ਵਿੱਚ ਗ੍ਰੰਥ ਪੜ੍ਹੀਏ ਤਾਂ ਗ੍ਰੰਥਾਂ ਦੇ ਵਿੱਚੋਂ ਪਤਾ ਲੱਗਦਾ ਹੈ। ਆਮ ਜਿਹੜੇ ਕਰਮ ਮੰਨੇ ਜਾਂਦੇ ਆ ਉਹ ਦੋ ਪ੍ਰਕਾਰ ਦੇ ਮੰਨੇ ਜਾਂਦੇ ਆ। ਧਿਆਨ ਦਿਓ, ਕਰਮ ਦੋ ਪ੍ਰਕਾਰ ਦੇ ਮੰਨੇ ਜਾਂਦੇ ਆ, ਇੱਕ ਤਾਂ ਵਿਹਤ ਕਰਮ ਅਤੇ ਇੱਕ ਅਵਿਹਤ ਕਰਮ। ਵਿਹਤ ਕਰਮ ਜਿਹੜੇ ਸਾਨੂੰ ਧੰਨ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਮਹਾਰਾਜ ਜੀ, ਧੰਨ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਮਹਾਰਾਜ ਜੀ ਆਦਿ ਗੁਰੂਆਂ ਨੇ ਕਰਨ ਵਾਸਤੇ ਕਿਹਾ। ਗੁਰਮੁਖੋ ਸਭ ਤੋਂ ਪਹਿਲਾਂ ਜਿਹੜੇ ਵਿਹਤ ਕਰਮ ਹੁੰਦੇ ਹੈ ਉਹਨਾਂ ਨੂੰ ਚੰਗੇ ਕਰਮਾਂ ਦੀ ਥਾਂ ਤੇ ਲਿਆ ਜਾਂਦਾ ਹੈ। ਇਹ ਸਾਨੂੰ ਗੁਰੂ ਪਾਤਸ਼ਾਹ ਨੇ ਕਿਹਾ ਕਿ ਭਾਈ ਇਹ ਕਰਮ ਕਰਨੇ ਆ। ਵਿਹਤ ਕਰਮ ਦੀ ਗਾਹਾਂ 5 ਪ੍ਰਕਾਰ ਦੇ ਮੰਨੇ ਜਾਂਦੇ ਹਨ। 5 ਪ੍ਰਕਾਰ ਦੀ ਗਿਣਤੀ ਕਰੋ ਕਿ ਇੱਕ ਨਿਤ ਕਰਮ, ਇੱਕ ਨਿਮਿਤ ਕਰਮ। ਗੁਰਮੁਖੋ ਨਿਤ ਕਰਮ ਹੁੰਦੇ ਹੈ ਜਿਹੜੇ ਆਪਾਂ ਹਰ ਰੋਜ਼ ਕਰਦੇ ਹਾਂ। ਨਿਮਿਤ ਕਰਮ ਹੁੰਦੇ ਹੈ ਜਿਹੜੇ ਆਪਾਂ ਕਿਸੇ ਪ੍ਰਥਾਏ ਕਰਦੇ ਹਾਂ। ਸਕਾਮ ਤੇ ਨਿਸਕਾਮ ਤੇ ਇੱਕ ਪ੍ਰਾਸ਼ਚਿਤ ਕਰਮ ਮੰਨੇ ਜਾਂਦੇ। ਇਹ 5 ਪ੍ਰਕਾਰ ਦੇ ਕਰਮ ਨੇ। ਨਿਤ, ਨਿਮਿਤ, ਸਕਾਮ, ਨਿਸਕਾਮ ਤੇ ਪ੍ਰਾਸ਼ਚਿਤ ਕਰਮ। ਇਹ 5 ਪ੍ਰਕਾਰ ਦੇ ਕਰਮ ਨੇ। 5 ਪ੍ਰਕਾਰ ਦੇ ਕਰਮਾਂ ਦੇ ਵਿੱਚੋਂ ਪਹਿਲਾ ਕਰਮ ਹੈ ਨਿਤ ਕਰਮ ਦਾ। ਜਿਹੜਾ ਕਰਮ ਸੱਚੇ ਪਾਤਸ਼ਾਹ ਮਹਾਰਾਜ ਜੀ ਨੇ ਕਿਹਾ ਕਿ ਆਓ ਸਿੱਖ ਸਤਿਗੁਰੂ ਕੇ ਪਿਆਰਿਓ, ਗਾਵੋ ਸੱਚੀ ਬਾਣੀ, ਬਾਣੀ ਤਾਂ ਗਾਵੋ ਗੁਰੂ ਕੇਰੀ ਬਾਣੀਆਂ ਸਰਬਾਣੀ। ਜਿਸ ਦੇ ਵਿੱਚ ਕਿਹਾ ਕਿ ਜੇ ਭਾਈ ਕੋਈ ਗੁਰੂ ਦਾ ਸਿੱਖ ਹੈ ਤਾਂ ਬਾਣੀ ਪੜ੍ਹੇ, ਸਿਮਰਨ ਕਰੇ, ਗੁਰ ਸਤਿਗੁਰ ਕਾ ਜੋ ਸਿੱਖ ਅਖਾਏ, ਸੋ ਭਲਕੇ ਉਠ ਹਰ ਨਾਮ ਧਿਆਵੈ, ਉਤਮ ਕਰੇ ਭਲਕੇ ਪ੍ਰਭਾਤੀ, ਇਸ਼ਨਾਨ ਕਰੇ ਅੰਮ੍ਰਿਤ ਸਰ ਨਹਾਵੈ, ਉਪਦੇਸ਼ ਗੁਰੂ ਹਰ ਹਰ ਜਪ ਜਾਪੈ, ਸਭ ਕਿਲ ਵਿਖ ਪਾਪ ਦੋਖ ਲਹਿ ਜਾਵੈ, ਫਿਰ ਚੜ੍ਹੈ ਦਿਵਸ ਗੁਰਬਾਣੀ ਗਾਵੈ, ਬਹਿੰਦਿਆਂ ਉੱਠਦਿਆਂ ਹਰ ਨਾਮ ਧਿਆਵੈ। ਇਹ ਸ਼ਬਦ ਦੇ ਅੰਦਰ ਸਾਨੂੰ ਸੱਚੇ ਪਾਤਸ਼ਾਹ ਮਹਾਰਾਜ ਨੇ ਸਾਰਾ ਹੀ ਭਾਈ ਬਾਣੀ ਪੜ੍ਹਨ ਦਾ ਉਪਦੇਸ਼ ਦਿੱਤਾ ਹੈ। ਉਹਨੂੰ ਨਿਤ ਕਰਮ ਕਿਹਾ ਜਾਂਦਾ ਹੈ ਕਿ ਜਿਵੇਂ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਕਿਹਾ ਕਿ ਭਾਈ ਜਦੋਂ ਅੰਮ੍ਰਿਤ ਵੇਲੇ ਉੱਠਣਾ ਹੈ, ਉੱਠਦਿਆਂ ਸਾਰ ਪਹਿਲਾਂ ਨਮੋ ਨਮੋ ਉਸ
ਅਕਾਲ ਪੁਰਖ ਪਰਮਾਤਮਾ ਨੂੰ ਕਹੋ। ਗੁਰਮੁਖੋ ਨਾਮ ਬਿਨਾ ਜੋ ਪਹਿਲੇ ਖਾਏ, ਜੋ ਉੱਪਰ ਉੱਠਣ ਮਹਿ ਪਾਏ। ਸਾਨੂੰ ਦੀਨ ਦਿਆਲ ਨੇ ਕਿਹਾ ਕਿ ਭਾਈ ਅੰਮ੍ਰਿਤ ਵੇਲੇ ਉੱਠਦਿਆਂ ਸਾਰ ਬਾਣੀ ਪੜ੍ਹਨੀ ਹੈ, ਮੁਖ ਤੋਂ ਉਚਾਰਨ ਕਰਨਾ ਹੈ। ਧੰਨ ਗੁਰੂ ਨਾਨਕ ਦੇਵ ਮਹਾਰਾਜ, ਧੰਨ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਮਹਾਰਾਜ ਆਪ ਜੀ ਦਾ ਸ਼ੁਕਰਾਨਾ। ਫਿਰ ਵਾਹਿਗੁਰੂ ਵਾਹਿਗੁਰੂ ਦਾ ਸਿਮਰਨ ਕਰਨਾ, ਇਹ ਨਿਤ ਕਰਮ ਦੇ ਵਿੱਚ ਆ ਜਾਂਦੇ ਹੈ। ਪੰਜਾਂ ਬਾਣੀਆਂ ਦਾ ਨਿਤਨੇਮ ਕਰਨਾ ਹੈ। ਸ੍ਰੀ ਸੁਖਮਨੀ ਸਾਹਿਬ ਜੀ ਦੀ ਬਾਣੀ ਪੜ੍ਹਨੀ, ਚੌਪਈ ਸਾਹਿਬ ਜੀ ਦੀ ਭਾਈ ਬਾਣੀ ਪੜ੍ਹਨੀ ਹੈ, ਪਾਠ ਕਰਨੇ ਹੈ। ਇਹ ਜਿਹੜੇ ਨਿਤਾ ਕਰਮ ਸਾਨੂੰ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਮਹਾਰਾਜ ਆਪ ਗੁਰੂਆਂ ਨੇ ਕਹੇ, ਇਹਨਾਂ ਨੂੰ ਗੁਰਮੁਖੋਂ ਨਿਤ ਕਰਮ ਕਿਹਾ ਜਾਂਦਾ ਹੈ। ਇੱਕ ਨਿਮਿਤ ਕਰਮ ਹੁੰਦੇ ਆ ਜਿਹੜੇ ਆਪਾਂ ਵੱਡਿਆਂ ਵਡੇਰਿਆਂ ਦੇ ਵਾਸਤੇ ਕਰਾਉਂਦੇ ਆ, ਜਾਂ ਘਰ ਦੀ ਸੁਖ ਸ਼ਾਂਤੀ ਵਾਸਤੇ ਘਰਾਂ ਦੇ ਵਿੱਚ ਸ੍ਰੀ ਅਖੰਡ ਪਾਠ ਸਾਹਿਬ ਕਰਾਏ, ਨਿਮਿਤ ਕਰਾਏ ਕਿਸੇ ਦੇ। ਆਪਾਂ ਨਿਮਿਤ ਕਹੀਏ ਕਿ ਵੱਡਿਆਂ ਵਡੇਰਿਆਂ ਦੀ ਯਾਦ ਦੇ ਵਿੱਚ ਵੀ ਕਰਾਇਆ ਜਾਵੇ। ਗੁਰਮੁਖੋਂ ਨਾਲ ਨਿਮਿਤ ਕਰਮ ਕਿਹਾ ਜਾਂਦਾ ਹੈ। ਇੱਕ ਸਕਾਮ ਕਰਮ ਹੁੰਦੇ ਆ ਤੇ ਇੱਕ ਨਿਸਕਾਮ, ਇਹ ਤੀਜਾ ਤੇ ਚੌਥਾ ਕਰਮ ਮੰਨਿਆ ਜਾਂਦਾ ਹੈ। ਸਕਾਮ ਕਰਮ ਹੁੰਦੇ ਆ ਜਿਹੜੀ ਆਪਾਂ ਇੱਛਾ ਧਾਰ ਕੇ ਕੋਈ ਕਰਮ ਕਰੀਏ, ਜਿਵੇਂ ਗੁਰਮੁਖੋਂ ਗੁਰੂ ਦਰ ਦੇ ਉੱਪਰ ਸੇਵਾ ਕਰਦੀ ਹੋਵੇ, ਅਤੇ ਕੋਈ ਘਰੋਂ ਚੱਲੇ ਕਿ ਮਹਾਰਾਜ ਮੇਰਾ ਆਹ ਕਾਰਜ ਸਫਲ ਹੋ ਜਾਏ, ਮੈਂ ਤੇਰੇ ਦਰ ਦੇ ਉੱਪਰ ਜਾ ਕੇ ਸੇਵਾ ਕਰਨ ਲੱਗਿਆ, ਮੈਂ ਤੇਰੇ ਦਰ ਦੇ ਉੱਪਰ ਜਾ ਕੇ ਝਾੜੂ ਮਾਰਦਾ, ਮੈਂ ਲੰਗਰ ਦੀ ਸੇਵਾ ਕਰਦਾ, ਮੈਂ ਆਹ ਸੇਵਾ ਕਰਦਾ। ਉਹ ਬੇਨਤੀ ਕਰਕੇ ਚੱਲੇ ਕਿ ਮੇਰਾ ਕਾਰਜ ਤੁਸੀਂ ਸਫਲਾ ਕਰ ਦਿਓ, ਮੈਂ ਆਪ ਜੀ ਦੇ ਦਰ ਦੀ ਸੇਵਾ ਕਰਨ ਲੱਗਿਆ। ਗੁਰਮੁਖੋਂ ਨੂੰ ਸਕਾਮ ਕਰਮ ਕਿਹਾ ਜਾਂਦਾ ਹੈ ਕਿ ਭਾਵ ਇੱਛਾ ਧਾਰ ਕੇ ਕਰਮ ਕੀਤਾ ਜਾਵੇ। ਘਰ ਦੇ ਵਿੱਚ ਸ੍ਰੀ ਅਖੰਡ ਪਾਠ ਸਾਹਿਬ ਪ੍ਰਾਰੰਭ ਕਰਵਾਇਆ, ਅਰਦਾਸ ਕਰਾਈ ਕਿ ਮਹਾਰਾਜ ਮੇਰੇ ਪੁੱਤਰਾਂ ਨੂੰ ਸੁਖ ਸ਼ਾਂਤੀ ਬਖਸ਼ਿਓ, ਘਰ ਦੇ ਵਿੱਚ ਸੁਖ ਸ਼ਾਂਤੀ ਬਖਸ਼ਿਓ, ਮਹਾਰਾਜ ਕਾਰਜ ਸਫਲਾ ਹੋਵੇ, ਕਾਰਜ ਦੇ ਵਿੱਚ ਵਾਧੇ ਹੋਣ। ਇਹ ਸਕਾਮ ਕਰਮ ਮੰਨੇ ਜਾਂਦੇ ਆ ਕਿ ਇੱਛਾ ਧਾਰ ਕੇ ਜਿਹੜੇ ਕਰਮ ਕੀਤੇ ਜਾਂਦੇ ਆ। ਗੁਰਮੁਖੋਂ ਇੱਕ ਨਿਸਕਾਮ ਕਰਮ ਹੁੰਦੇ ਆ। ਨਿਸਕਾਮ ਕਰਮ ਉਹਨਾਂ ਨੂੰ ਕਿਹਾ ਜਾਂਦਾ ਹੈ ਕਿ ਜਿਹੜੇ ਗੁਰਮੁਖੋਂ ਨਿਸਕਾਮ ਕਰਮ ਸੱਚੇ ਪਾਤਸ਼ਾਹ ਮਹਾਰਾਜ ਜੀ ਦੇ ਦਰ ਦੇ ਉੱਪਰ ਆ ਕੇ ਟਹਿਰ ਸੇਵਾ ਕਰਨੀ। ਭਾਵ ਕੋਈ ਗੁਰਮੁਖੋਂ ਕਿਸੇ ਤਰ੍ਹਾਂ ਦੀ ਮਾਇਆ ਨਾ ਲੈਣੀ, ਕੋਈ ਇੱਛਾ ਨਾ ਮਨ ਦੇ ਅੰਦਰ ਹੋਣੀ। ਤੇ ਦੀਨ ਦਿਆਲ ਧੰਨ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਮਹਾਰਾਜ ਨੇ ਕਿਹਾ ਕਿ ਸੇਵਾ ਕਰਤ ਹੋਏ ਨਿਹਕਾਮੀ, ਤਿਸ ਕੋ ਹੋਤ ਪ੍ਰਾਪਤ ਸੁਆਮੀ। ਜਿਹੜਾ ਨਿਸਕਾਮ ਸੇਵਾ ਕਰਦਾ ਹੈ, ਸਭ ਤੋਂ ਉੱਤਮ ਸੇਵਾ ਉਸ ਗੁਰੂ ਕੇ ਸਿੱਖ ਦੀ ਮੰਨੀ ਜਾਂਦੀ ਹੈ। ਭਾਵ ਕੋਈ ਇੱਛਾ ਨਾ ਮਨ ਦੇ ਅੰਦਰ ਹੋਵੇ ਕਿ ਸੱਚੇ ਪਾਤਸ਼ਾਹ ਮੈਨੂੰ ਆਹ ਵੀ ਦੇ ਦੇਣ, ਆਹ ਵੀ ਦੇ ਦੇਣ, ਕਿਉਂਕਿ ਤੁਠ ਹੈ ਦੀਨ ਦਿਆਲ ਸੱਚੇ ਪਾਤਸ਼ਾਹ ਦਾ ਸਭ ਕੁਝ ਦੇ ਸਕਦਾ ਹੈ। ਪਰ ਜੇ ਕਿਤੇ ਇੱਛਾ ਕਰ ਲਈ ਤਾਂ ਇੱਛਾ ਸਾਡੀ ਭਾਈ ਗੋਪਾਲੇ ਵਾਂਗ ਬੜੀ ਥੋੜੀ ਰਹਿ ਜਾਣੀ ਹੈ। ਤੇ ਗੁਰੂ ਤਾਂ ਸਾਨੂੰ ਵੱਡੀ ਪਦਵੀ ਦੇਣ ਦੇ ਵਾਸਤੇ ਪਹੁੰਚ ਚੁੱਕਿਆ ਹੋਵੇ, ਇੱਛਾ ਉਹਨੇ ਕੀਤੀ ਹੋਵੇ ਕਿ ਮੈਂ ਗੁਰੂ ਕੇ ਸਿੱਖ ਨੂੰ ਵੱਡੀ ਪਦਵੀ ਦੇਵਾਂ, ਪਰ ਦੇਖਿਓ ਕਿਤੇ ਸਾਡੀ ਇੱਛਾ ਕਿਤੇ ਥੋੜੀ ਜਿਹੀ ਨਾ ਰਹਿ ਜਾਵੇ। ਇਸ ਕਰਕੇ ਕਾਮਨਾ ਨਹੀਂ ਕਰਨੀ। ਤੇ ਸੱਚੇ ਪਾਤਸ਼ਾਹ ਮਹਾਰਾਜ ਨੇ ਕਿਹਾ ਕਿ ਸੇਵਾ ਕਰਤ ਹੋਏ ਨਿਹਕਾਮੀ, ਇਸ ਕੋ ਹੋਤ ਪ੍ਰਾਪਤ ਸੁਆਮੀ। ਉਹਨੂੰ ਨਿਸਕਾਮ ਕਰਮ ਕਹੇ ਜਾਂਦੇ ਆ। ਗੁਰਮੁਖੋ ਇੱਕ ਪ੍ਰਾਸ਼ਚਿਤ ਕਰਮ, ਪ੍ਰਾਸ਼ਚਿਤ ਕਰਮ ਕਿ ਸਾਡੇ ਤੋਂ ਬੜੀ ਵੱਡੀ ਭੁੱਲ ਹੋਈ ਹੈ। ਜਿਵੇਂ ਗੁਰਮੁਖੋ ਗੁਰੂ ਕੇ ਸਿੱਖ ਜਥੇਦਾਰ ਸਾਹਿਬਾਨ, ਜਦੋਂ ਕੋਈ ਐਸਾ ਪੰਥ ਦੇ ਵਿੱਚ ਕੋਈ ਭੁੱਲ ਹੋ ਜਾਂਦੀ ਹੈ ਕਿਸੇ ਮਨੁੱਖ ਤੋਂ, ਬਾਅਦ ਦੇ ਵਿੱਚ ਉਹਨੂੰ ਤਨਖਾਹੀਆ ਕਰਾਰ ਦੇ ਦਿੱਤਾ ਜਾਂਦਾ ਹੈ। ਤਨਖਾਹੀਆ ਕਰਾਰ ਦੇ ਕੇ ਦੇ ਬਾਅਦ ਦੇ ਵਿੱਚ ਉਹਨੂੰ ਸੇਵਾ ਲਾਈ ਜਾਂਦੀ ਹੈ। ਉਹਨੂੰ ਪ੍ਰਾਸ਼ਚਿਤ ਕਰਮ ਕਿਹਾ ਜਾਂਦਾ ਹੈ। ਤੇ ਸੇਵਾ ਲਾਉਂਦੇ ਆ ਉਹਨਾਂ, ਉਹ ਜਾ ਕੇ ਉੱਥੇ ਸੇਵਾ ਕਰੇ, ਆਪਣੇ ਕਰਮਾਂ ਦਾ ਨਿਪਟਾਰਾ ਕਰਾ ਲਵੇ, ਭਾਵ ਖਤਮ ਕਰ ਲਵੇ ਮਾੜੇ ਕੀਤੇ ਕਰਮ, ਉਹ ਸੇਵਾ ਕਰਕੇ ਖਤਮ ਹੋ ਜਾਂਦੇ ਆ। ਤੇ ਇਹ ਵਿਹਤ ਕਰਮ ਦੇ ਵਿੱਚ 5 ਪ੍ਰਕਾਰ ਦੇ ਕਰਮ ਇਹ ਮੰਨੇ ਜਾਂਦੇ ਆ। ਬਾਕੀ ਅਵਿਹਤ ਕਰਮ, ਜਿਸ ਤੋਂ ਕਰਮ ਤੋਂ ਸਾਨੂੰ ਵਰਜਿਆ। ਸੱਚੇ ਪਾਤਸ਼ਾਹ ਮਹਾਰਾਜ ਜੀ ਨੇ ਕਿਹਾ ਕਿ ਭਾਈ ਕਦੇ ਵੀ ਐਸਾ ਕੰਮ ਨਹੀਂ ਕਰਨਾ ਜਿਸ ਅੰਤ ਪਛਤਾਈ ਹੈ, ਕਿ ਅਖੀਰ ਤੇ ਸਾਨੂੰ ਪਛਤਾਉਣਾ ਪਵੇ। ਐਸਾ ਕੰਮ ਪੂਰੇ ਨਾ ਕੀਤੇ ਜਿਸ ਅੰਤ ਪਛਤਾਈ ਹੈ। ਇਹ ਅਵਿਹਤ ਕਰਮ ਹੁੰਦੇ ਆ।
ਗੁਰਮੁਖੋ ਕਰਮ ਉਹ ਕਰੀਏ ਜਿਨ੍ਹਾਂ ਕਰਮਾਂ ਤੋਂ ਸਾਨੂੰ ਫਲ ਪ੍ਰਾਪਤ ਹੋ ਸਕੇ। ਤੇ ਇਹ ਕਰਮ ਜਿਹੜੇ ਸਾਨੂੰ ਗਰੀਬ ਨਵਾਜ ਨੇ ਕਿਹਾ ਹੈ ਕਿ ਕਾਮ, ਕ੍ਰੋਧ, ਲੋਭ, ਮੋਹ, ਹੰਕਾਰ ਤੋਂ ਬਚੋ। ਇਹ ਅਵੇਹਤ ਕਰਮ ਨੇ। ਇਹਨਾਂ ਕਰਮਾਂ ਦੇ ਬਚੇ ਜੀਵ ਸੰਸਾਰ ਦੇ ਵਿੱਚ ਆਉਂਦੇ ਆ ਜਾਂਦੇ ਆ। ਸ਼ਬਦ, ਸਪਰਸ਼, ਰੂਪ, ਰਸ, ਗੰਧ ਦੇ ਬਚੇ ਸੰਸਾਰ ਦੇ ਵਿੱਚ ਜੀਵ ਆਉਂਦੇ ਆ ਜਾਂਦੇ ਆ। ਉਹਨਾਂ ਦਾ ਜਨਮਨ ਮਰਨ ਚੱਲਦਾ ਹੀ ਰਹਿੰਦਾ ਹੈ। ਇਸ ਕਰਕੇ ਧੰਨ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਮਹਾਰਾਜ ਕਹਿੰਦੇ ਭਾਈ ਜੇ ਜੀਵ ਕੋਈ ਕਰਮ ਕਰਦਾ ਹੈ, ਇੱਕ ਤਾਂ ਉਹ ਅਕਾਲ ਪੁਰਖ ਪਰਮਾਤਮਾ ਕਰਮ ਸਾਨੂੰ ਕਿਹਾ ਕਿ ਇਹਨਾਂ ਕਰਮਾਂ ਦੇ ਨਾਲ ਜਿਹੜੇ ਪਿੱਛੇ ਕੀਤੇ ਹੋਏ ਤੇਰੇ ਕਰਮ ਨੇ ਨਾ ਭਾਈ ਉਹ ਕੱਟੇ ਜਾਣਗੇ। ਜਿਹੜੇ ਸੰਚਿਤ ਕਰਮ ਹੋ ਰਹੇ ਹੈ, ਇਕੱਠੇ ਕਰਮ ਹੋ ਰਹੇ ਹੈ, ਉਹ ਤੇਰੇ ਕੱਟੇ ਜਾਣਗੇ ਕਰਮ। ਗੁਰ ਕਾ ਸ਼ਬਦ ਕਾਟੈ ਕੋਟ ਕਰਮ, ਗੁਰੂ ਦੇ ਸ਼ਬਦ ਦਾ ਉਹ ਆਸਰਾ ਤੱਕ ਲੈ, ਗੁਰੂ ਦੇ ਸ਼ਬਦ ਦਾ ਧਿਆਨ ਧਰ ਲੈ, ਤੇਰੇ ਕਰੋੜਾਂ ਕਰਮ ਸੱਚੇ ਪਾਤਸ਼ਾਹ ਮਹਾਰਾਜ ਜੀ ਦਾ ਸ਼ਬਦ ਕੱਟ ਦੇਵੇਗਾ। ਤੇ ਇੱਕ ਐਸੇ ਕਰਮ ਨੇ ਜਿਹੜੇ ਆਪਾਂ ਜਾਣ ਬੁੱਝ ਕੇ ਮਨ ਜਾਣਤ ਸਭ ਬਾਤ ਜਾਣਤ ਹੀ ਔਗਣ ਕਰੈ। ਸਭ ਕੁਝ ਜਾਣਦਾ ਪਰ ਜਾਣ ਕੇ ਔਗਣ ਕਰਦਾ। ਸਾਨੂੰ ਪਤਾ ਹੈ ਕਿ ਪਰਾਏ ਤਨ ਵਾਸਤੇ ਜਦੋਂ ਆਪਾਂ ਕੱਟਾਂਗੇ ਦੇਖਾਂਗੇ ਸਾਡੀ ਕੀ ਹਾਲਤ ਹੋਣੀ ਹੈ। ਜਦੋਂ ਆਪਾਂ ਪਰਾਇਆ ਧਨ ਚੋਰੀ ਕਰਾਂਗੇ ਸਾਡੀ ਕੀ ਹਾਲਤ ਹੋਣੀ ਹੈ। ਇਹ ਸਾਡਾ ਮਨ ਜਾਣਦਾ ਹੈ। ਸਾਡਾ ਮਨ ਜਾਣਦਾ ਹੈ ਕਿ ਕਾਮ, ਕ੍ਰੋਧ, ਲੋਭ, ਮੋਹ, ਹੰਕਾਰ ਦੇ ਵਿੱਚ ਗਲਤਾਨ ਹੋਏ ਹੋਇਆਂ ਦਾ ਕੀ ਹਾਲ ਹੋਇਆ ਹੈ। ਇਹ ਪਰ ਫਿਰ ਵੀ ਜਾਣਤ ਹੀ ਔਗਣ ਕਰੈ, ਕਾਹੇ ਹੀ ਕੁਸਲਾਤ ਹਾਥ ਦੀਪ ਕੂਏ ਪਰੈ। ਕਹਿੰਦੇ ਐਸਾ ਮੂਰਖ ਕੌਣ ਹੋ ਸਕਦਾ ਹੈ ਕਿ ਭਾਈ ਹੱਥ ਦੇ ਉੱਪਰ ਦੀਵਾ ਜਲਾਇਆ ਹੋਵੇ, ਬਾਲਿਆ ਹੋਵੇ ਅਤੇ ਅੱਗੇ ਖੂਹ ਹੋਵੇ ਤੇ ਚੱਲਦਾ ਚੱਲਦਾ ਤੇ ਹੱਥ ਦੇ ਵਿੱਚ ਦੀਵਾ ਚਾਨਣ ਹੋ ਰਿਹਾ ਤੇ ਜਾਣ ਕੇ ਫਿਰ ਖੂਹ ਦੇ ਵਿੱਚ ਡਿੱਗ ਜਾਵੇ। ਦੱਸੋ ਐਸਾ ਮੂਰਖ ਕੌਣ ਹੋਵੇਗਾ? ਕਿੱਡਾ ਮੂਰਖ ਹੋਵੇਗਾ ਜਿਹਨੂੰ ਪਤਾ ਹੈ ਕਿ ਅੱਗੇ ਖੂਹ ਹੈ। ਇਸ ਕਰਕੇ ਐਸਾ ਕਰਮ ਨਹੀਂ ਕਰਨਾ ਚਾਹੀਦਾ ਕਿ ਜੇ ਕੋਈ ਗੁਰ ਤੇ ਬੇਮੁਖ ਹੋਵੇ ਕਿ ਅਸੀਂ ਗੁਰੂ ਤੋਂ ਬੇਮੁਖੀ ਹੋ ਜਾਈਏ। ਦੁਨੀ ਚੰਦ ਦੇ ਵਾਂਗ ਧੰਨ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਮਹਾਰਾਜ ਜੀ ਤੋਂ ਬੇਮੁਖ ਨਾ ਹੋ ਜਾਈਏ। ਤੇ ਜੇ ਕਰਮ ਕਰਨੇ ਆ ਤਾਂ ਭਾਈ ਬਚਿੱਤਰ ਸਿੰਘ ਦੇ ਵਾਂਗ ਕਰ ਕਿ ਧੰਨ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਮੈਨੂੰ ਵਕੀਲ ਕੇ ਗਲਵਕੜੀ ਦੇ ਵਿੱਚ ਲੈ ਮੇਰੇ ਕੀਤੇ ਕਰਮਾਂ ਤੋਂ ਧੰਨ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਮਹਾਰਾਜ ਖੁਸ਼ ਹੋਣ। ਗੁਰੂ ਨੂੰ ਖੁਸ਼ ਕਰਦਾ ਹੈ। ਗੁਰਮੁਖੋ ਮਨ ਨੂੰ ਖੁਸ਼। ਦੁਨੀਆ ਦੇ ਵਿੱਚ ਕਿਹਾ ਜਾਂਦਾ ਹੈ ਕਿ ਮਨ ਖੁਸ਼ ਕਰੋ, ਮਨ ਖੁਸ਼ ਕਰੋ ਨਾ। ਕਦੇ ਵੀ ਕਿਸੇ ਦੇ ਭੁਲੇਖੇ ਦੇ ਵਿੱਚ ਨਾ ਪੈ ਜਾਓ, ਕਿਸੇ ਦੀ ਗੱਲਾਂ ਦੇ ਵਿੱਚ ਨਾ ਆਇਓ। ਜੇ ਖੁਸ਼ ਕਰਨਾ ਤਾਂ ਗੁਰੂ ਨੂੰ ਖੁਸ਼ ਕਰ ਲੈ। ਤੇ ਜੇ ਗੁਰੂ ਨੂੰ ਖੁਸ਼ ਕਰ ਲਿਆ ਤੇ ਗੁਰਮੁਖੋ ਧੰਨ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਦੇ ਵੀ ਸਭ ਜਗ੍ਹਾ ਤੇ ਸਹਾਇਤਾ ਕਰੇਗਾ। ਜਹ ਮਾਤ ਪਿਤਾ ਸੁਤ ਮੀਤ ਨਾ ਭਾਈ, ਮਨ ਨਾ ਤੇਰਾ ਨਾਮ ਸੰਗ ਸਹਾਈ। ਮਨ ਗੁਰਮੁਖੋ ਮਨ ਨੂੰ ਸੰਬੋਧਨ ਕਰਕੇ ਕਿਹਾ ਕਿ ਮਨ ਤੇਰੇ ਉੱਥੇ ਵੀ ਪ੍ਰਭੂ ਪਰਮਾਤਮਾ ਸਹਾਇਤਾ ਕਰੇਗਾ। ਤੂੰ ਐਵੇਂ ਲੋਕਾਂ ਦੇ ਬਗਲ ਲੱਗ ਕੇ ਇਹ ਐਵੇਂ ਡੂੰਘੇ ਖੂਹ ਦੇ ਵਿੱਚ ਨਾ ਡਿੱਗ ਪਵੀਂ, ਸੰਸਾਰੀ ਖੂਹ ਦੇ ਵਿੱਚ ਨਾ ਡਿੱਗ ਪਵੀਂ। ਚੰਗੇ ਕਰਮ ਕਰੀਏ ਤੇ ਚੰਗੇ ਕਰਮ ਕਰਦਿਆਂ ਹੋਇਆਂ ਗੁਰਮੁਖੋ ਸਾਨੂੰ ਕਦੇ ਸਰੀਰ ਨੂੰ ਆਦਿ ਵਿਆਧੀ ਉਪਾਧੀ ਦੁੱਖ ਆਗੇ ਨਹੀਂ ਲੱਗਦੇ। ਕੋਈ ਸਰੀਰ ਸਾਨੂੰ ਦੁੱਖ ਨਹੀਂ ਆਗੇ ਲੱਗਦੇ ਕਿਉਂਕਿ ਸਤਿਗੁਰੂ ਜੀ ਦਾ ਸ਼ਬਦ ਹੈ ਨਾ ਜਿਹੜਾ ਉਹ ਦੁੱਖਾਂ ਨੂੰ ਵੀ ਕੱਟਣ ਵਾਲਾ ਹੈ। ਉਹ ਤੀਨੇ ਤਾਪ ਨਿਵਾਰਨ ਹਾਰ ਹੈ ਕਿਉਂਕਿ ਤਿੰਨ ਤਾਪ ਕਹੇ ਜਾਂਦੇ ਆ। ਇਹੀ ਆਦਿ ਵਿਆਧੀ ਉਪਾਧੀ ਰੋਗ ਨੇ, ਤਾਪ ਨੇ। ਉਹ ਸੱਚੇ ਪਾਤਸ਼ਾਹ ਮਹਾਰਾਜ ਜੀ ਦਾ ਸ਼ਬਦ ਸਤਿਗੁਰੂ ਜੀ ਤੀਨੇ ਤਾਪ ਨਿਵਾਰਨ ਹਾਰਾ, ਦੁੱਖ ਹੰਤਾ ਸੁਖਰਾਸ, ਤਾਕੋ ਬਿਗੜ ਨਾ ਕੋਟ ਲਾਗੇ ਜਾ ਕੇ ਪ੍ਰਭ ਆਗੇ ਅਰਦਾਸ। ਤਿੰਨੇ ਰੋਗਾਂ ਨੂੰ ਵੀ ਕੱਟਣ ਵਾਲਾ ਹੈ। ਗੁਰਮੁਖੋ ਐਸੇ ਕਰਮ ਕਰੀਏ ਜਿਹੜੇ ਸਾਡੇ ਗੁਰੂ ਨੂੰ ਚੰਗੇ ਲੱਗਦੇ ਆ। ਤੇ ਜਦੋਂ ਮਾੜੇ ਕਰਮ ਕਰਦੇ ਆ ਮੈਂ ਕਹਿੰਦਾ ਹੁਣਾ ਕਿ ਲਿਖੀ ਜਾਇਆ ਕਰੀਏ ਨਾਲ ਨਾਲ। ਇੱਕ ਕਾਪੀ ਲਾਈਏ ਜਦੋਂ ਕਿਸੇ ਦਾ ਮਾੜਾ ਅੰਦਰ ਚਿਤਵਿਆ ਵੀ ਨਾ ਇਹਦਾ ਮਾੜਾ ਹੋ ਜਾਵੇ ਜਾਂ ਆਪਾਂ ਕਹਿੰਦੇ ਆ ਕਿ ਇਹ ਆਪਾਂ ਲਿਖ ਲਈਏ ਕਿ ਆਹ ਮੈਂ ਅੱਜ ਮਾੜਾ ਕਰਮ ਕੀਤਾ, ਆਹ ਮੈਂ ਅੱਜ ਚੰਗਾ ਕਰਮ ਕੀਤਾ। ਜਦੋਂ ਸਾਨੂੰ ਮਾੜੇ ਕਰਮਾਂ ਦਾ ਕੀਤਾ ਹੋਇਆ ਫਲ ਭੁਗਤਣਾ ਪੈਂਦਾ ਹੈ ਉਸ ਵਕਤ ਹਰ ਇੱਕ ਮਨੁੱਖ ਕਹਿੰਦਾ ਹੈ ਕਿ ਨਹੀਂ ਮੈਂ ਕਦੇ ਕਿਸੇ ਦਾ ਮਾੜਾ ਹੀ ਨਹੀਂ ਕੀਤਾ ਸੀ। ਪਤਾ ਨਹੀਂ ਮੇਰਾ ਪਰਮੇਸ਼ਰ ਨੇ ਕਿਉਂ ਮਾੜਾ ਕਰ ਦਿੱਤਾ। ਮੇਰੇ ਸਰੀਰ ਨੂੰ ਉੱਪਰ ਇੰਨਾ ਰੋਗ, ਮੇਰੇ ਸਰੀਰ ਦੇ ਉੱਪਰ ਐਸੀ ਕੀ ਮਹਾਰਾਜ ਭੂਖ ਕੀਤੀ ਕਿ ਸਾਰਾ ਰੋਗ ਹੀ ਮੈਨੂੰ ਦੇ ਦਿੱਤਾ। ਇਹ ਕੀਤਾ ਹੀ ਭਾਈ ਆਪਣੇ ਕਰਮਾਂ ਦਾ। ਦੋਸ਼ ਕਰਮਾਂ ਆਪਣਿਆ ਜੋ ਮੈਂ ਕੀਆ ਸੋ ਮੈਂ ਪਾਇਆ। ਦੋਸ਼ ਨਾ ਦੀਜੈ ਅਵਰ ਜਨਾ ਹੋਰਾਂ ਨੂੰ ਦੋਸ਼ ਨਾ ਦੇ। ਦੁੱਖ ਸੁੱਖ ਪੁਰਬ ਜਨਮ ਕੇ ਕੀਓ, ਪ੍ਰਮਾਤਮਾ ਨੇ ਤਾਂ ਦੁੱਖ ਤੇ ਸੁੱਖ ਇਹ ਪੂਰਬਲੇ ਕਰਮਾਂ ਦੇ ਕੀਤੇ ਹੋਏ ਹੈ। ਇਸ
ਕਰਕੇ ਕਥਨ ਕਰਦੇ ਆ ਕਿ ਕਤਕ ਕਰਮ ਕਮਾਵਣੇ ਦੋਸ ਨ ਕਾਬੂ ਲੋਗ। ਕਤਕ ਦੇ ਮਹੀਨੇ ਦੇ ਦੁਆਰਾ ਕਥਨ ਕਰਦੇ ਆ ਕਿ ਭਾਈ ਜਿਹੜੇ ਆਪਾਂ ਕਰਮ ਕਮਾਵਣੇ ਭਾਵ ਕਮਾਉਣੇ ਆ, ਉਹਨਾਂ ਦਾ ਦੋਸ਼, ਉਹਨਾਂ ਦਾ ਫਲ ਕਿਸੇ ਹੋਰ ਨੂੰ ਨਹੀਂ ਦੇਣਾ ਚਾਹੀਦਾ, ਦੋਸ਼ ਨਹੀਂ ਦੇਣਾ ਚਾਹੀਦਾ ਕਿ ਇਸ ਕਰਕੇ ਮੈਨੂੰ ਰੋਗ ਆਇਆ ਜਾਂ ਇਹਨੇ ਮੇਰੇ ਉੱਪਰ ਟੂਣਾ ਕਰ ਦਿੱਤਾ, ਇਹਨੇ ਧਾਗਾ ਕਰਾਇਆ, ਇਹਨੇ ਤਵੀਤ ਕਰਾਇਆ। ਨਹੀਂ, ਜੇ ਤੁਹਾਡੇ ਤੇ ਗੁਰੂ ਦੁੱਖ ਹੈ ਤਾਂ ਗੁਰਮੁਖੋ ਕੋਈ ਕੁਝ ਨਹੀਂ ਕਰ ਸਕਦਾ। ਸੱਚੇ ਪਾਤਸ਼ਾਹ ਦੀਆਂ ਹਵਾਵਾਂ ਤੋਂ ਵੀ ਬਚਾ ਲੈਂਦਾ ਹੈ। ਤੇ ਜੇ ਤਾਂ ਫਿਰ ਭਾਈ ਪਰਮੇਸ਼ਰ ਹੀ ਭੁੱਲਿਆ, ਜੇ ਨਾਮ ਭੁੱਲ ਗਿਆ ਤਾਂ ਅਨੇਕਾਂ ਪ੍ਰਕਾਰ ਦੇ ਦੁੱਖ ਤੁਹਾਨੂੰ ਸਰੀਰ ਨੂੰ, ਮਨ ਬਾਣੀ ਸਰੀਰ ਨੂੰ ਦੁੱਖ ਲੱਗਣਗੇ। ਤੇ ਜੇ ਕਿਤੇ ਪਰਮੇਸ਼ਰ ਯਾਦ ਹੈ ਤੇ ਫਿਰ ਦੁਨੀਆ ਨੂੰ ਦੋਸ਼ ਨਹੀਂ ਦੇਣੇ ਚਾਹੀਦੇ। ਦੋਸ਼ ਭਾਈ ਆਪਾਂ ਨੇ ਆਪਣੇ ਕਰਮਾਂ ਦੇ ਆ। ਜੇ ਕਿਤੇ ਪਰਮੇਸ਼ਰ ਯਾਦ ਹੈ, ਸੱਚੇ ਪਾਤਸ਼ਾਹ ਸਾਰੇ ਰੋਗ ਕੱਟ ਦਿੰਦਾ ਹੈ। ਪਰਮੇਸ਼ਰ ਤੇ ਭੁੱਲਿਆ ਵਿਆਪਨ ਸਭੇ ਰੋਗ। ਆ ਦੇਖੋ ਗੁਰਮੁਖੋ ਪਹਿਲਾਂ ਸੱਚੇ ਪਾਤਸ਼ਾਹ ਮਹਾਰਾਜ ਨੇ ਕਿਹਾ, ਕੀ ਕਿਹਾ ਕਿ ਦੋਸ਼ ਨਾ ਕਾਬੂ ਜੋਗ। ਮਹਾਰਾਜ ਕਿਉਂ ਨਾ ਦੋਸ਼ ਦਈਏ, ਕਿਉਂਕਿ ਜਦੋਂ ਸਾਡਾ ਕੋਈ ਮਾੜਾ ਚਿੱਤਦਾ ਹੈ, ਕੋਈ ਮਾੜਾ ਕਰਦਾ ਹੈ, ਮਹਾਰਾਜ ਕਿਉਂ ਨਾ ਦੋਸ਼ ਦਈਏ। ਤਾਂ ਗੁਰੂ ਅਰਜਨ ਦੇਵ ਮਹਾਰਾਜ ਕਹਿੰਦੇ ਨਹੀਂ ਭਾਈ, ਅਸਲ ਦੇ ਅੰਦਰ ਰੋਗ ਤੁਹਾਨੂੰ ਤਾਂ ਲੱਗਿਆ ਕਿਉਂਕਿ ਪਰਮੇਸ਼ਰ ਤੇ ਭੁੱਲਿਆ। ਤੁਸੀਂ ਪਰਮੇਸ਼ਰ ਤੋਂ ਭੁੱਲ ਗਏ ਹੋ, ਤੁਸੀਂ ਪਰਮੇਸ਼ਰ ਨੂੰ ਵਿਸਾਰ ਦਿੱਤਾ ਹੈ। ਤੁਹਾਨੂੰ ਦਾਤ ਪਿਆਰੀ ਵਿਸਰਿਆ ਦਾ ਤਾਰਾ, ਉਹ ਪਰਮੇਸ਼ਰ ਹੁਣ ਪਿਆਰਾ ਨਹੀਂ ਲੱਗਦਾ। ਪਰਮੇਸ਼ਰ ਦੀ ਦਿੱਤੀ ਹੋਈ ਦਾਤ ਤੁਹਾਨੂੰ ਚੰਗੀ ਲੱਗਣ ਲੱਗ ਗਈ ਹੈ। ਇਸ ਕਰਕੇ ਪਰਮੇਸ਼ਰ ਦੇ ਭੁੱਲਿਆ ਵਿਆਪਨ ਸਭੇ ਰੋਗ। ਗੁਰਮੁਖੋ ਸਾਰੇ ਤਿੰਨੇ ਰੋਗ ਆ ਕੇ ਮਨ ਬਾਣੀ ਸਰੀਰ ਦੇ ਜਿਹੜੇ ਰੋਗ, ਮਨ ਦੇ ਰੋਗ ਹਰ ਵਕਤ ਗੁਰਮੁਖੋ ਲੋਕਾਂ ਨੂੰ ਮਾੜਾ ਹੀ ਬੋਲਦਾ ਰਹਿੰਦਾ। ਕਦੇ ਕਿਤੇ ਨਾਲ ਲੜਾਈ ਕਰ ਲਈ, ਕਦੇ ਕਿਤੇ ਨਾਲ ਲੜਾਈ ਕਰ ਲਈ, ਕਦੇ ਕਿਸੇ ਨੂੰ ਚੰਗਾ ਬੋਲਣਾ ਹੀ ਨਹੀਂ। ਸਭ ਤੋਂ ਵੱਡਾ ਰੋਗ ਇਹ ਮੰਨਿਆ ਜਾਂਦਾ ਹੈ, ਸਾਡੀ ਬੋਲੀ ਦਾ ਰੋਗ ਹੈ। ਇੱਕ ਮਨ ਦਾ ਰੋਗ ਹੁੰਦਾ ਹੈ। ਮਨ ਦਾ ਰੋਗ ਕਦੇ ਆਂਢ ਦਾ ਗੁਆਂਢ ਦਾ ਬੁਰਾ ਚਿੰਤਦਾ ਰਹਿੰਦਾ ਹੈ। ਉਹਦੇ ਬੱਚੇ ਨੂੰ ਐ ਹੋ ਜਾਵੇ ਮੇਰਾ ਘਰ ਸੁਖੀ ਵਸੇਗਾ, ਉਹਨੇ ਗੱਡੀ ਕਿਵੇਂ ਲੈ ਲਈ, ਉਹਨੇ ਕੋਠੀ ਕਿਵੇਂ ਪਾ ਲਈ, ਉਹਦਾ ਪਰਿਵਾਰ ਕਿਵੇਂ ਸੁਖੀ ਵਸਦਾ ਹੈ। ਹਰ ਵਕਤ ਚਿੰਤਾ ਮਨੋ ਮਣੀ ਉਹ ਆਂਢ ਗੁਆਂਢ ਦੀ ਕਰਦਾ ਰਹਿੰਦਾ। ਇਹ ਵੀ ਰੋਗ ਹੈ ਗੁਰਮੁਖੋ। ਇੱਕ ਮਨ ਦਾ ਰੋਗ, ਇੱਕ ਤਨ ਦਾ ਰੋਗ, ਇੱਕ ਬਾਣੀ ਦਾ ਰੋਗ ਜਿਹੜਾ ਕਿਸੇ ਨੂੰ ਬੁਰਾ ਬੋਲਣਾ ਹੈ, ਉਹ ਰੋਗ ਆਪਾਂ ਜਿਹੜਾ ਜਿਹਨੂੰ ਬਿਆਨ ਕੀਤਾ ਗੁਰਮੁਖੋ। ਇੱਕ ਰੋਗ ਸਰੀਰ ਦਾ ਰੋਗ, ਸਾਨੂੰ ਸਰੀਰ ਦੇ ਉੱਪਰ ਕੋਈ ਬਿਮਾਰੀ ਐਸੀ ਆ ਕੇ ਲੱਗ ਜਾਂਦੀ ਹੈ ਜਿਹੜਾ ਰੋਗ ਕਦੇ ਕੱਟਿਆ ਹੀ ਨਹੀਂ ਜਾਂਦਾ, ਉਹਨੂੰ ਸਰੀਰ ਦਾ ਤਨ ਦਾ ਰੋਗ ਕਿਹਾ ਜਾਂਦਾ ਹੈ। ਤੇ ਜਦੋਂ ਕੋਈ ਪਰਮੇਸ਼ਰ ਨੂੰ ਭੁੱਲ ਜਾਂਦਾ ਹੈ, ਗੁਰਮੁਖੋ ਤਰ੍ਹਾਂ ਤਰ੍ਹਾਂ ਦੇ ਰੋਗ ਨੇ। ਜੰਮਣ ਮਰਨ ਦਾ ਰੋਗ, ਸੋ ਆਦਿ ਵਿਆਧੀ ਉਪਾਧੀ ਰੋਗ, ਬਾਕੀ ਕਰਤਾ ਭੁਗਤਾ ਦਾ ਰੋਗ ਹੈ ਜਿਹੜਾ ਆ ਕੇ ਸਰੀਰ ਨੂੰ ਲੱਗਦਾ ਹੈ। ਬੇਮੁਖ ਹੋਏ ਰਾਮ ਤੇ ਲੱਗਣ ਜਨਮ ਵਿਯੋਗ। ਗੁਰਮੁਖੋ ਧੰਨ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਮਹਾਰਾਜ ਕਹਿੰਦੇ ਭਾਈ ਜਦੋਂ ਕੋਈ ਮਨੁੱਖ ਗੁਰੂ ਤੋਂ ਬੇਮੁਖ ਹੋ ਜਾਂਦਾ ਹੈ, ਬੇਮੁਖ ਹੋਏ ਰਾਮ ਦੇ, ਰਾਮ ਰਖੇ ਹੋਏ ਪਰਮਾਤਮਾ ਤੋਂ ਜਦੋਂ ਕੋਈ ਬੇਮੁਖ ਹੁੰਦਾ ਹੈ, ਉਹਨੂੰ ਲੱਗਣ ਆ ਕੇ ਲੱਗਣ ਲੱਗ ਜਾਂਦੇ ਆ ਜਨਮ ਵਿਯੋਗ, ਜਨਮਾਂ ਦੇ ਵਿਛੋੜੇ। ਜਨਮਾਂ ਦੇ ਵਿਛੋੜੇ ਭਾਵ ਕਿਸੇ ਜਨਮ ਦੇ ਵਿੱਚ ਉਹ ਮਨੁੱਖ ਮੁਕਤ ਨਹੀਂ ਹੁੰਦਾ ਜਿਹਨੂੰ ਪਰਮੇਸ਼ਰ ਭੁੱਲ ਜਾਂਦਾ। ਕਿਉਂਕਿ ਮਾਨਸ ਕੋ ਪ੍ਰਭ ਦੀ ਵਡਿਆਈ, ਮਾਨਸ ਜਨਮ ਦੁਰਲਭ ਹੈ ਹੋਏ ਨਾ ਪਾਰੈ ਬਾਰ। ਜਿਉ ਬਨ ਫਲ ਪਾਕੇ ਹੋਏ ਗਿਰਹਿ ਮੋਹ ਨਾ ਲਾਗੈ ਡਾਰ। ਇਹ ਮਨੁੱਖਾ ਜਨਮ ਵਾਰ ਨਹੀਂ ਆਉਣਾ, ਵਾਰ ਨਹੀਂ ਕਰਨਾ। ਮਨੁੱਖੋ ਇੱਕੋ ਹੀ ਇੱਕ ਐਸਾ ਮਨੁੱਖਾ ਜਨਮ ਹੈ ਜਿਹਨੂੰ ਅਕਾਲ ਪੁਰਖ ਪਰਮਾਤਮਾ ਨੇ ਨਾਮ ਜਪਣ ਦੀ ਵਡਿਆਈ ਦਿੱਤੀ ਹੈ। ਇਹ ਮਨੁੱਖਾ ਜਨਮ ਸਰੀਰ ਨਾਮ ਜਪ ਸਕਦਾ ਹੈ। ਇਹ ਗੁਰਮੁਖੋ ਸੋਚ ਸਕਦਾ ਹੈ, ਵਿਚਾਰ ਕਰ ਸਕਦਾ ਹੈ ਕਿ ਇਹ ਸੰਸਾਰ ਹੈ, ਇਸ ਤੋਂ ਮੁਕਤ ਨਹੀਂ ਕੋਈ ਹੋਇਆ, ਨਾਮ ਤੋਂ ਬਿਨਾਂ ਨਹੀਂ ਕੋਈ ਮੁਕਤ ਹੋਇਆ। ਇਸ ਸੰਸਾਰ ਦੇ ਵਿੱਚ ਉਪਦਾ ਪਦਾਰਥਾਂ ਦੇ ਵਿੱਚ ਜਿੰਨੇ ਵੀ ਲੋਕ ਰਹੇ ਉਹ ਦਸਤਾਨ ਹੋ ਗਏ, ਭਾਵ ਨਾਸ ਹੋ ਗਏ। ਰਾਵਣ ਤੋਂ ਵੱਡਾ ਦੱਸੋ ਭਾਈ ਕੌਣ ਹੋ ਸਕਦਾ ਹੈ? ਰਾਵਣ ਤੋਂ ਵੱਡਾ ਦੁਨੀਆ ਦੇ ਵਿੱਚ ਰਾਜਾ ਮਹਾਰਾਜਾ ਕੌਣ ਹੋ ਸਕਦਾ ਹੈ? ਗੁਰਮੁਖੋ ਜਿੱਦੀ ਸਾਰੀ ਜਿਹੜੀ ਲੰਕਾ ਸੋਨੇ ਦੀ ਗਈ ਹੈ, ਕਿ ਉਹਦੀ ਸਾਰੀ ਲੰਕਾ ਸੋਨੇ ਦੀ ਸੀ, ਦੱਸੋ ਕਿੰਨੀ ਮਾਇਆ ਉਹਦੇ ਕੋਲੇ ਹੋਵੇਗੀ। ਤੇ ਉਹ ਨਹੀਂ ਸੰਸਾਰ ਦੇ ਵਿੱਚ ਰਿਹਾ। ਦੇਖੋ
ਜਿੱਥੇ ਕਿਹਾ ਰਾਵਣ ਨਹੀਂ ਰਿਹਾ, ਤੁਸੀਂ ਇਹ ਵੀ ਗੱਲ ਧਿਆਨ ਨਾਲ ਸਮਝੋ। ਗੁਰਮੁਖੋ ਉੱਥੇ ਕਿਹਾ ਕਿ ਰਾਮ ਗਇਓ, ਰਾਮ ਵੀ ਚਲਾ ਗਿਆ। ਜਿਹੜਾ ਗੁਰਮੁਖੋ ਰਾਮ ਸੀ ਨਾ, ਰਾਮ ਵੀ ਚਲਾ ਗਿਆ। ਰਾਮ ਗਇਓ ਰਾਵਣ ਗਇਓ ਜਾਗੋ ਬਹੁ ਪਰਿਵਾਰ। ਉਹਦਾ ਪਰਿਵਾਰ ਕਿੰਨਾ ਸੀ, ਕਿੰਨਾ ਕਿੰਨਾ ਪਰਿਵਾਰ ਸੀ। ਰਾਵਣ ਦਾ ਪਰਿਵਾਰ ਸੀ ਕਿ 1 ਲੱਖ ਪੂਤ, 1.25 ਲੱਖ ਨਾਤੀ, ਤੇ ਇਹ ਰਾਵਣ ਘਰ ਦੀਆ ਨਾ ਬਾਤੀ। ਕਿੰਨਾ ਪਰਿਵਾਰ ਸੀ ਰਾਵਣ ਦਾ, 1 ਲੱਖ ਪੂਤ ਤੇ ਪੁੱਤਰੀਆਂ ਸੀ ਭਾਈ। ਕਿੰਨਾ ਪਰਿਵਾਰ ਸੀ ਰਾਵਣ ਦਾ। ਉਹ ਉਹਦੇ ਘਰ ਦੇ ਵਿੱਚ ਕਹਿੰਦੇ ਦੀਵਾ ਬਾਲਣ ਵਾਲਾ ਨਹੀਂ ਸੀ ਕੋਈ ਰਿਹਾ, ਭਾਵ ਦੀਵਾ ਨਹੀਂ ਸੀ ਬਾਲਿਆ ਹੁੰਦਾ। ਇਹ ਗੁਰਮੁਖੋ ਸੰਸਾਰ ਦੇ ਅੰਦਰ ਗਰਭ ਨਹੀਂ ਕਰਨਾ ਚਾਹੀਦਾ ਮਾਇਆ ਦਾ। ਇਹ ਨਹੀਂ ਕਰਨਾ ਚਾਹੀਦਾ ਕਿ ਮਾਇਆ ਦੇ ਵਿੱਚ ਅਸੀਂ ਹੁਣ ਸਾਡੇ ਜਿੰਨੀ ਕਿਸੇ ਕੋਲੇ ਮਾਇਆ ਹੀ ਨਹੀਂ ਹੈ। ਇੱਕ ਨੂੰ ਇੱਕ ਚੜ੍ਹਦੀਆਂ ਹੈ। ਹਰ ਇੱਕ ਗੱਲ ਦੇ ਵਿੱਚ ਸਾਡੇ ਤੋਂ ਉੱਪਰ ਹੀ ਉੱਪਰ ਕੋਈ ਨਾ ਕੋਈ ਸਜਿਆ ਹੋਇਆ, ਕੋਈ ਬੈਠਿਆ ਹੋਇਆ। ਇਹ ਸੋਚ ਲੈਣਾ ਚਾਹੀਦਾ ਕਿ ਜਿਸ ਜਗ੍ਹਾ ਤੇ ਤੂੰ ਬੈਠਾ ਹੋਇਆ, ਜਿਸ ਆਸਨ ਹਮ ਬੈਠੇ, ਕਿਤੇ ਬੈਠ ਗਏ, ਕਿੰਨੇ ਕੁ ਬੈਠ ਕੇ ਚਲੇ ਗਏ ਭਾਈ, ਪਤਾ ਹੀ ਨਹੀਂ ਕਿੰਨੇ ਕੁ ਗਏ ਹੈ। ਇਹ ਤਾਂ ਗਾਵਾਂ ਉਹਦੀ ਤਿਆਰੀਆਂ ਹੋ ਜਾਂਦੀਆਂ ਨੇ ਸਾਡੇ ਤੋਂ। ਹਜੇ ਬਜ਼ੁਰਗ ਅਵਸਥਾ ਦੇ ਵਿੱਚ ਜਾਂਦਾ ਨਹੀਂ ਮਨੁੱਖ, ਪਹਿਲਾਂ ਤਿਆਰੀਆਂ ਹੋਣ ਲੱਗ ਜਾਂਦੀਆਂ ਨੇ ਕਿ ਇੰਨੀ ਜ਼ਮੀਨ ਮੇਰੀ ਹੋਵੇਗੀ, ਇੰਨੀ ਜ਼ਮੀਨ ਮੇਰੀ ਹੋਵੇਗੀ, ਆਹ ਘਰ ਦਾ ਹਿੱਸਾ ਮੈਂ ਰੱਖ ਲਵਾਂਗਾ, ਆਹ ਘਰ ਦਾ ਹਿੱਸਾ ਮੈਂ ਰੱਖ ਲਵਾਂਗਾ। ਸਾਰਾ ਪਰਿਵਾਰ ਆਪਣੀ ਆਪਣੀ ਸੋਚਾਂ ਦੇ ਵਿੱਚ ਪੈ ਜਾਂਦਾ ਹੈ। ਗੁਰਮੁਖੋ ਕਿਸ ਗੱਲ ਦੀ ਹੈ ਕਿ ਇਸ ਸੰਸਾਰ ਦੇ ਵਿੱਚ ਲਾਲਚ ਕਰਨਾ ਹੈ। ਬਿਨਾਂ ਗੱਲ ਤੋਂ ਜਿਹੜਾ ਲਾਲਚ ਕਰਨਾ ਹੈ ਨਾ, ਇਹ ਵੀ ਬੜਾ ਮਾੜਾ ਹੁੰਦਾ ਹੈ। ਨਾਮ ਨੂੰ ਭੁੱਲ ਕੇ, ਪਰਮੇਸ਼ਰ ਨੂੰ ਵਿਸਾਰ ਕੇ, ਤੇ ਸੱਚੇ ਪਾਤਸ਼ਾਹ ਮਹਾਰਾਜ ਜੀ ਦੀ ਸੰਗਤ ਨੂੰ ਵਿਸਾਰ ਕੇ ਕਦੇ ਸੰਗਤ ਦੇ ਵਿੱਚ ਨਹੀਂ ਆਉਣਾ। ਹਰ ਵਕਤ ਲਾਲਚ ਦੇ ਵਿੱਚ ਲੱਗਿਆ ਮਨੁੱਖ ਮਾਇਆ ਇਕੱਠੀ ਕਰਨ ਦੇ ਵਿੱਚ ਲੱਗ ਜਾਂਦਾ ਹੈ। ਅਖੀਰ ਨੂੰ ਨਾ ਤਾਂ ਮਾਇਆ ਨੇ ਸਾਥ ਦੇਣਾ ਤੇ ਨਾ ਹੀ ਗੁਰਮੁਖ ਨੂੰ ਜਿਹੜੇ ਚਾਚੇ ਤਾਏ ਤੇ ਹੋਰ ਆਪਣੇ ਪੁੱਤਰ ਧੀਆਂ ਹਨ, ਇਸਤਰੀ ਹੈ, ਇਹਨਾਂ ਨੇ ਵੀ ਸਾਥ ਨਹੀਂ ਦੇਣਾ। ਇਹ ਵੀ ਅਖੀਰ ਦੇ ਉੱਤੇ ਹੀ ਹੱਥ ਬਣ ਜਾਂਦੇ ਹੈ। ਤੇ ਉਹ ਉਸ ਤੋਂ ਬਾਅਦ ਗੁਰਮੁਖ ਜਿਹੜਾ ਸ਼ਮਸ਼ਾਨ ਘਾਟ ਹੈ ਉਹਦੇ ਵਿੱਚ ਵੀ ਨਹੀਂ ਜਾਂਦੇ। ਇਹ ਤੇਰਾ ਕੀ ਹੈ, ਤੇ ਸੰਸਾਰ ਦੇ ਵਿੱਚ ਹੈ ਕੀ ਹੈ ਤੇਰਾ, ਕਿਸ ਚੀਜ਼ ਨੂੰ ਤੂੰ ਸੱਚ ਕਰਕੇ ਮੰਨੀ ਬੈਠਾ ਹੈ। ਇਹ ਸਾਰਾ ਸੰਸਾਰ ਅਸਤ ਹੈ, ਅਸਤ ਕਰਕੇ ਜਾਣ ਲੈ। ਤੇ ਗੁਰਮੁਖਾ ਸੱਚੇ ਪਾਤਸ਼ਾਹ ਧੰਨ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਮਹਾਰਾਜ ਕਹਿੰਦੇ ਭਾਈ, ਜਿਹੜਾ ਵੀ ਗੁਰੂ ਤੋਂ ਬੇਮੁਖ ਹੋ ਜਾਂਦਾ ਹੈ, ਬੇਮੁਖ ਹੋਏ ਰਾਮ ਤੇ ਲਗਨ ਜਨਮ ਵਿਜੋਗ। ਗੁਰਮੁਖੋ ਉਹਨਾਂ ਨੂੰ ਵਿਜੋਗ ਵਿਛੋੜੇ ਜਨਮ ਕਰਨ ਦੇ ਆਗੇ ਲੱਗ ਜਾਂਦੇ ਐ। ਛਿਨ ਮੈਂ ਕੌੜੇ ਹੋਏ ਗਏ, ਜਿਤੜੇ ਮਾਇਆ ਭੋਗ। ਦੇਖੋ ਇੱਥੇ ਗੱਲ ਕੀਤੀ ਹੈ ਕਿ ਛਿਨ ਮਾਤਰ ਦੇ ਵਿੱਚ ਉਹ ਪਦਾਰਥ ਕੌੜੇ ਹੋ ਜਾਂਦੇ ਆ। ਕਿਹੜੇ ਹੁੰਦੇ ਆ ਕਿ ਜਿਤੜੇ ਮਾਇਆ ਭੋਗ। ਭੋਗ ਦਾ ਅਰਥ ਹੈ ਪਦਾਰਥ, ਕਿ ਜਿੰਨੇ ਵੀ ਮਾਇਆਦਿਕ ਪਦਾਰਥ ਨੇ ਨਾ, ਮਾਇਆਦਿਕ ਪਦਾਰਥ ਭਾਵ ਜਿਨ੍ਹਾਂ ਦੇ ਵਿੱਚ ਲੋਭ ਹੁੰਦਾ ਹੈ, ਜਿਨ੍ਹਾਂ ਦੇ ਵਿੱਚ ਲਾਲਚ ਹੁੰਦਾ ਹੈ। ਜਿਹੜਾ ਧਨ ਲੋਭ ਦੇ ਨਾਲ, ਲਾਲਚ ਦੇ ਨਾਲ ਕਮਾਇਆ ਜਾਂਦਾ ਹੈ, ਕਹਿੰਦੇ ਉਹ ਪਦਾਰਥ ਕਿਨ ਮਾਤਰ ਦੇ ਵਿੱਚ ਕੌੜੇ ਹੋ ਜਾਂਦੇ, ਕੌੜੇ ਹੋ ਜਾਂਦੇ ਆ। ਗੁਰਮੁਖੋ ਮਿੱਠਾ ਕਰਕੇ ਖਾਇਆ, ਕੌੜਾ ਪੁਜਿਆ ਸਾਧ। ਉਹ ਪਦਾਰਥ ਸਿਰ ਮਾਤਰ ਦੇ ਵਿੱਚ ਕੌੜੇ ਹੋ ਜਾਂਦੇ ਆ, ਜਿਨ੍ਹਾਂ ਨੂੰ ਅਸੀਂ ਲੋਭ ਦੇ ਨਾਲ, ਲਾਲਚ ਦੇ ਨਾਲ ਕਮਾਉਂਦੇ ਆ। ਵਿੱਚ ਨਾ ਕੋਈ ਕਰ ਸਕੈ, ਕਿਸ ਤੈ ਰੋਵੈ ਰੋਜ। ਤੇ ਧੰਨ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਮਹਾਰਾਜ ਕਥਨ ਕਰਦੇ ਆ ਕਿ ਕਿਉਂ ਦੁਨੀਆ ਦੇ ਲੋਕੋ ਐਵੇਂ ਕਦੇ ਕਿਸੇ ਕੋਲੋਂ ਜਾ ਕੇ ਰੋਣੇ ਹੋ, ਕਦੇ ਕਿਸੇ ਕੋਲੇ ਜਾ ਕੇ ਰੋਣੇ ਹੋ। ਸਾਡੀ ਵਿਚੋਲਗੀ, ਵਿੱਚ ਦਾ ਅਰਥ ਹੈ ਵਿਚੋਲਗੀ। ਵਿਚੋਲਗੀ ਨਾ ਭਾਈ ਕੋਈ ਨਹੀਂ ਕਰ ਸਕਦਾ, ਵਿੱਚ ਨਾ ਕੋਈ ਕਰ ਸਕੈ। ਸੰਸਾਰ ਦੇ ਅੰਦਰ ਜੇ ਕਹੀਏ ਕਿ ਸਾਡੀ ਕੋਈ ਵਿਚੋਲਗੀ ਕਰ ਲਵੇਗਾ, ਕਿ ਸਾਡਾ ਕੋਈ ਵਿਚੋਲਾ ਉਸ ਦਰਗਾਹ ਦੇ ਵਿੱਚ ਪੈ ਜਾਵੇਗਾ, ਤਾਂ ਗੁਰਮੁਖੋ ਵਿਚੋਲੇ ਤਾਂ ਇੱਕੋ ਹੀ ਇੱਕ ਸਾਧੂ ਮਹਾਤਮਾ ਸਤ ਤੱਤ ਦਿੱਤੇ ਜਿਹੜੇ ਮਹਾਂਪੁਰਖ ਹੈ ਉਹ ਕਰ ਸਕਦੇ ਹੈ। ਪਰ ਉਹਨਾਂ ਦੀ ਕਦੇ ਸੰਗਤ ਨਹੀਂ ਕੀਤੀ। ਹਰ ਵਕਤ ਵਿਸ਼ੇਈ ਪੁਰਸ਼ਾਂ ਦੀ ਸੰਗਤ ਕੀਤੀ, ਹਰ ਵਕਤ ਮਾੜੇ ਪੁਰਸ਼ਾਂ ਦੀ ਸੰਗਤ ਕੀਤੀ, ਜਿਸ ਤੋਂ ਸਾਨੂੰ ਰੋਕਿਆ ਕਿ ਪੁਰਖਾ ਐ ਮਨੁੱਖ ਕਦੇ ਸਾਖਤ ਸੰਗ ਨਾ ਕਰੀ, ਸਾਖਤ ਸੰਗ ਨਾ ਕੀਜੀਐ। ਦੂਰਹਿ ਜਾਈਐ ਭਾਗ, ਬਸਨ ਕਾਲੂ ਕਰਸੀਐ, ਤਉ ਕਛ ਲਾਗੈ ਦਾਗ। ਪਰ ਜਾਣ ਬੁੱਝ ਕੇ ਫਿਰ ਸਾਖਤ ਪੁਰਸ਼ਾਂ ਦੀ ਸੰਗਤ ਕੀਤੀ, ਜਾਣ ਬੁੱਝ ਕੇ ਜਿਹੜੇ ਗੁਰੂ ਤੋਂ ਬੇਮੁਖ ਹੋਏ ਉਹਨਾਂ ਦੀ ਪੁਰਸ਼ ਕੀਤੀ, ਜਾਣ ਬੁੱਝ ਕੇ ਜਿਹੜੇ ਕਹਿੰਦੇ ਆ ਕਿ ਆ ਟੀਵੀਆਂ ਦੇਖਣ ਦੇ ਵਿੱਚ ਗੁਰਮੁਖ
ਨਸ਼ੇ ਕਰਨ ਦੇ ਵਿੱਚ ਆਨੰਦ ਹੀ ਆਨੰਦ ਹੈ। ਉਹਨਾਂ ਦੀ ਸੰਗਤ ਕੀਤੀ, ਜਿਹੜਾ ਕਹਿੰਦਾ ਸੀ ਕਿ ਗੁਰੂ ਦੇ ਨਾਲ ਜੁੜ ਜਾ, ਤੇਰਾ ਲੋਕ ਵੀ ਸੁਖੀ ਹੈ ਤੇ ਪਰਲੋਕ ਵੀ ਸੁਖਦਾ ਹੋ ਜਾਵੇਗਾ। ਉਹ ਕੀਤਾ ਕਦੇ ਸੰਗਤ ਹੀ ਨਹੀਂ ਕੀਤੀ, ਕਦੇ ਸੰਗ ਹੀ ਨਹੀਂ ਕੀਤਾ ਐਸੇ ਗੁਰਮੁਖਾਂ ਦਾ। ਜਿਨ੍ਹਾਂ ਮਿਲਿਆ ਤੇ ਨਾਮ ਚ ਤੇ ਆਵੇ, ਉਹਨਾਂ ਦਾ ਤਾਂ ਸੰਗ ਹੀ ਨਹੀਂ ਕੀਤਾ। ਹਰ ਵਕਤ ਨਿੰਦਿਆ ਕਰਦੇ ਵਿੱਚ ਲੱਗਿਆ ਰਿਹਾ, ਕਦੇ ਕਿਸੇ ਦੀ ਗੱਲ ਪੜ੍ਹਦੀ, ਕਦੇ ਕਿਸੇ ਦੀ ਗੱਲ ਪੜ੍ਹਦੀ, ਨਿੰਦਿਆ ਕਰਦੇ ਵਿੱਚ ਹੀ ਲੱਗਿਆ ਰਿਹਾ। ਜੇ ਕੋਈ ਨਿੰਦਾ ਦੀਆਂ ਗੱਲਾਂ ਸੁਣਾਉਂਦਾ ਉਹਦੇ ਕੋਲੇ ਤਾਂ 3-3 ਘੰਟੇ 4-4 ਘੰਟੇ ਵੀ ਸਮਾਂ ਆਪਣਾ ਬਤੀਤ ਕਰ ਲੈਂਦਾ ਹੈ। ਪਰ ਜਿਹੜਾ ਕੋਈ ਗੁਰੂ ਦੀ ਗੱਲ ਸੁਣਾਉਂਦਾ ਉਹਦੇ ਕੋਲੇ ਛਿਨ ਮਾਤਰ ਵੀ ਨਹੀਂ ਬਹਿੰਦਾ। ਇਹ ਮਨੁੱਖ ਦੀ ਹਾਲਤ ਹੈ। ਇਸ ਕਰਕੇ ਧੰਨ ਗੁਰੂ ਅਰਜਨ ਦੇਵ ਮਹਾਰਾਜ ਕਹਿੰਦੇ, ਗੁਰੂ ਸੰਸਾਰ ਦੇ ਅੰਦਰ ਵਿੱਚ ਨਾ ਕੋਈ ਕਰ ਸਕੈ, ਕਿਸ ਥੈ ਰੋਵਹਿ ਰੋਜ਼। ਇਹ ਮਨੁੱਖ ਨੂੰ ਤੂੰ ਕਿਉਂ ਐਵੇਂ ਆਪਣਾ ਮੰਨੀ ਬੈਠਾ? ਇਹਨੇ ਤਾਂ ਆਪ ਗੁਰਮੁਖੋ ਚੜ੍ਹਾਈ ਕਰ ਜਾਣਾ, ਸਵਾਹ ਹੋ ਜਾਣਾ, ਇਹਦਾ ਸਰੀਰ ਵੀ ਸਵਾਹ ਹੋ ਜਾਣਾ। ਜਿਹਨੂੰ ਤੂੰ ਰਾਜਾ ਮਹਾਰਾਜਾ ਤੱਕ ਰਿਹਾ ਨਾ, ਇਹਨੇ ਵੀ ਸਿਰ ਮਾਤਰ ਦੇ ਵਿੱਚ ਪਤਾ ਹੀ ਨਹੀਂ ਲੱਗਣਾ। ਬਸ ਕਦੋਂ ਕਹਿਦਾ ਕਿ ਕਾਢੋ ਹੋਈ, ਚੱਕ ਲੋ ਹੋ ਜਾਂਦੀ ਹੈ ਕਿ ਲਓ ਹੁਣ ਇਹਦਾ ਸੰਸਕਾਰ ਕਰ ਦਈਏ। ਘਰ ਦੇ ਵਿੱਚ ਰੱਖਿਆ ਵੀ ਨਹੀਂ ਜਾਂਦਾ, ਥੋੜਾ ਸਮਾਂ ਵੀ ਨਹੀਂ ਰੱਖਦੇ। ਜਿਨ੍ਹਾਂ ਦੇ ਨਾਲ ਬੜਾ ਪ੍ਰੇਮ ਹੁੰਦਾ ਹੈ ਨਾ, ਬੜਾ ਮੋਹ ਹੁੰਦਾ ਜਿਨ੍ਹਾਂ ਦੇ ਨਾਲ, ਉਹ ਵੀ ਛੇਤੀ ਕਾਹਲੀ ਕਰਦੇ ਆ ਕਿ ਇਹ ਮਰਿਆਦਾ ਹੀ ਪਰਮਾਤਮਾ ਨੇ ਕੋਈ ਐਸੀ ਬਣਾਈ ਹੈ ਭਾਈ। ਉਹ ਵੀ ਕਹਿੰਦੇ ਆ ਕਿ ਚਲੋ ਚੱਕੋ ਹੁਣ ਸੰਸਕਾਰ ਕਰ ਦਈਏ। ਗੁਰਮੁਖੋ ਇਹ ਗੁਰੂ ਤੋਂ ਕਦੇ ਬੇਵਕੂਫ ਨਾ ਹੋਈਏ ਤੇ ਮਨੁੱਖ ਨੂੰ ਇਹ ਨਾ ਸਮਝ ਲਈਏ ਕਿ ਮਨੁੱਖ ਹੀ ਸਾਡਾ ਸਭ ਕੁਝ ਹੈ। ਹਾਂ, ਸਤਿਕਾਰ ਹਰ ਇੱਕ ਦਾ ਕਰਨਾ ਹੈ। ਸਤਿਕਾਰ ਜਿਹੜਾ ਵੀ ਕੋਈ ਸਾਨੂੰ ਅੱਗੇ ਦੱਸਦਾ ਉਸਦਾ ਸਤਿਕਾਰ ਕਰਨਾ ਹੈ। ਪਰ ਜੇ ਆਪਾਂ ਕਹੀਏ ਕਿ ਉਹਨੂੰ ਗੁਰੂ ਸਮਝ ਲਈਏ, ਜੇ ਆਪਾਂ ਕਹੀਏ ਕਿ ਉਹ ਸਾਡਾ ਦਰਗਾਹ ਦੇ ਵਿੱਚ ਸਹਾਇਕ ਹੋ ਜਾਵੇਗਾ, ਨਹੀਂ, ਇਹ ਤਾਂ ਆਪ ਪ੍ਰਾਣਾਧਾਰੀ ਜੀਵ ਭਾਈ ਇਸ ਜੰਜਾਲ ਦੇ ਵਿੱਚ ਫਸਿਆ ਹੋਇਆ ਹੈ। ਤੇਰੀ ਕੀ ਸਹਾਇਤਾ ਕਰੇਗਾ? ਕੀ ਸਹਾਇਤਾ ਕਰ ਲਵੇਗਾ? ਜੇ ਆਸਰਾ ਤੱਕਣਾ ਤਾਂ ਗੁਰੂ ਦਾ ਆਸਰਾ ਤੱਕ ਲੈ। ਤੈਨੂੰ ਨਰਕਾਂ ਦੇ ਵਿੱਚ ਪਿਆ ਹੋਇਆ ਕਿ ਕੈਸਾ ਨੂੰ ਪਕੜ ਕੇ ਭਾਈ ਕੱਢ ਲਵੇਗਾ। ਧੰਨ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਮਹਾਰਾਜ ਜੀ ਨੇ ਬਚਨ ਕੀਤੇ ਸੀ ਕਿ ਭਾਈ ਗੁਰੂ ਕੇ ਸਿੱਖੋ, ਕਈ ਵਾਰੀ ਕੋਈ ਐਸਾ ਸਮਾਂ ਆ ਜਾਏ ਕਿ ਮੇਰੇ ਤੋਂ ਗੁਰੂ ਦਾ ਸਿੱਖ ਕੋਈ ਬੇਵਕੂਫ ਹੋ ਜਾਵੇ, ਗੁਰੂ ਕੋ ਕਦੇ ਕੇਸ ਕਤਲ ਨਾ ਕਰਾਇਓ। ਧੰਨ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਮਹਾਰਾਜ ਨੇ ਕਿਹਾ ਸੀ ਕਿ ਮੈਂ ਆਪਣੇ ਸਿੱਖ ਨੂੰ ਨਰਕਾਂ ਦੇ ਵਿੱਚ ਪਿਆ ਹੋਇਆ ਨੂੰ ਵੀ ਕੱਢ ਲਵਾਂਗਾ। ਇਹ ਧੰਨ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਮਹਾਰਾਜ ਹੈ। ਭਾਈ ਗੁਰੂ ਤੋਂ ਬਿਨਾਂ ਕੋਈ ਵਿਚੋਲਗੀ ਨਹੀਂ ਕਰ ਸਕਦਾ। ਕਹੀਏ ਕਿ ਸੱਚੇ ਪਾਤਸ਼ਾਹ ਮਹਾਰਾਜ ਨੇ ਸਪਸ਼ਟ ਕਰਕੇ ਕਿਹਾ ਕਿ ਵਿੱਚ ਨਾ ਕੋਈ ਕਰ ਸਕੈ ਇਸ ਥੈ ਰੋਵਹਿ ਰੋਜ਼। ਕਿਸ ਦੇ ਕੋਲੇ ਭਾਈ ਰੋਜ਼ ਜਾ ਕੇ ਰੋਣਾ ਹੈ, ਕੋਈ ਵਿਚੋਲਗੀ ਨਹੀਂ ਕਰ ਸਕਦਾ। ਕੀਤਾ ਕਿਸੂ ਨਾ ਹੋਵਈ, ਲਿਖਿਆ ਧੁਰ ਸੰਜੋਗ। ਗੁਰਮੁਖੋ ਕੀਤਾ ਕਛੂ ਨਾ ਹੋਵੇ, ਮਨੁੱਖ ਦਾ ਕੀਤਾ ਹੋਇਆ ਕਿਤੇ ਕਛੂ ਕੁਛ ਵੀ ਨਹੀਂ ਹੋ ਸਕਦਾ। ਅਤੇ ਲਿਖਿਆ ਧੁਰ ਸੰਜੋਗ, ਸੰਜੋਗ ਵਿਜੋਗ ਦੁਇ ਕਾਰ ਚਲਾਵੇ, ਲਿਖਿਆ ਵਹਿ ਭਾਗ। ਉਹ ਅਕਾਲ ਪੁਰਖ ਪਰਮਾਤਮਾ ਵਾਹਿਗੁਰੂ ਨੇ ਸਭ ਕੁਝ ਜਿਹੜਾ ਲਿਖਿਆ ਹੋਇਆ ਉਹੀ ਸੰਸਾਰ ਦੇ ਵਿੱਚ ਹੋ ਰਿਹਾ ਹੈ। ਜੇ ਮਨੁੱਖ ਚਾਹੇ ਕਿ ਮੈਂ ਆਹ ਕਰਾਂਗਾ ਉਹ ਕਰਾਂਗਾ, ਨਹੀਂ ਕੋਈ ਕਰ ਸਕਦਾ। ਗੁਰਮੁਖੋ ਇੱਕ ਸਮਾਂ ਹੈ, ਕੀਤਾ ਕਛੂ ਨਾ ਹੋਵੇ, ਅਖੀਰਲੇ ਸਮੇਂ ਦੇ ਵਿੱਚ ਮਨੁੱਖ ਚਾਹੇ ਕਿ ਮੈਂ ਕੁਝ ਕਰਾਂ, ਨਹੀਂ ਕਰ ਸਕਦਾ। ਆ ਦੋ ਉਦਾਹਰਨਾਂ ਦੇ ਕੇ ਗੁਰਮੁਖੋ ਮੈਂ ਇਹ ਸ਼ਬਦ ਦੀਆਂ ਦੋ ਉਦਾਹਰਨਾਂ ਨੇ ਧਿਆਨ ਦਿਓ ਕਿ ਮਨੁੱਖ ਕਹੇ ਕਿ ਇੱਕ ਜੰਗ ਦਾ ਮੈਦਾਨ ਲੱਗਿਆ ਹੋਇਆ ਹੈ, ਰਾਜੇ ਮਹਾਰਾਜੇ ਇੱਕ ਰਾਜੇ ਦੇ ਉੱਪਰ ਚੜ੍ਹ ਕੇ ਆਏ ਹੈ। ਇੱਕ ਰਾਜਾ ਕਹੇ ਕਿ ਮੈਂ ਹੁਣ ਬਸ ਸ਼ਸਤਰਧਾਰੀ ਹੋ ਕੇ ਤੇ ਸ਼ਸਤਰ ਵਿਦਿਆ ਸਿੱਖ ਕੇ ਤੇ ਮੈਂ ਇਹਨਾਂ ਦਾ ਖਾਤਮਾ ਕਰ ਸਕਾਂਗਾ, ਕਰ ਦਵਾਂਗਾ। ਇਹ ਬੜੀ ਵੱਡੀ ਭੁੱਲ ਹੈ, ਨਹੀਂ ਖਾਤਮਾ ਕਰ ਸਕਦਾ, ਕਿਉਂਕਿ ਉਹਨੇ ਪਹਿਲਾਂ ਸ਼ਸਤਰ ਵਿਦਿਆ ਨਹੀਂ ਕੀਤੀ, ਸ਼ਸਤਰ ਵਿਦਿਆ ਕਦੇ ਸਿੱਖੀ ਨਹੀਂ, ਸ਼ਸਤਰਧਾਰੀ ਨਹੀਂ ਹੋਇਆ ਤੇ ਕਿਸੇ ਦਾ ਖਾਤਮਾ ਨਹੀਂ ਕਰ ਸਕਦਾ। ਇਸੇ ਤਰ੍ਹਾਂ ਤੁਹਾਨੂੰ ਵੀ ਇੱਕ ਗੱਲ ਇਹ ਗ੍ਰਹਿਣ ਕਰ ਲੈਣੀ ਚਾਹੀਦੀ ਹੈ। ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਮਹਾਰਾਜ ਨੇ ਕਿਹਾ ਕਿ ਮੇਰਾ ਸਿੱਖ ਸ਼ਸਤਰਧਾਰੀ ਹੋਵੇ ਤੇ ਸ਼ਸਤਰ ਵਿਦਿਆ ਵੀ ਭਾਈ ਹੋਣੀ ਚਾਹੀਦੀ ਹੈ। ਤੇ ਆਪਾਂ ਕਹੀਏ ਕਿ ਨਹੀਂ, ਆਉਣ ਵਾਲੇ ਸਮੇਂ ਦੇ ਵਿੱਚ ਜਦੋਂ ਸਾਡੇ ਤੇ ਕੋਈ ਚੜ੍ਹ ਕੇ ਆਵੇ ਤੇ ਆਪਾਂ ਉਦੋਂ ਸ਼ਸਤਰ ਵਿਦਿਆ ਸਿੱਖ ਲਾਂਗੇ, ਨਹੀਂ ਸਿੱਖੀ ਜਾ ਸਕਦੀ। ਘਰ ਦੇ ਵਿੱਚ ਅੱਗ ਲੱਗੀ ਹੋਵੇ ਤੇ ਮਨੁੱਖ ਉੱਠੇ ਛੇਤੀ ਦੇ ਨਾਲ, ਕਾਹਲੀ ਦੇ ਨਾਲ ਕਹੇ ਕਿ ਮੈਂ ਘਰ ਦੇ ਵਿੱਚ ਖੂਹ ਕੱਢ ਕੇ ਜੇ ਪਾਣੀ ਦੇ ਨਾਲ ਮੈਂ ਅੱਗ ਬੁਝਾ ਲਵਾਂਗਾ, ਕਿਵੇਂ ਬੁਝਾ ਸਕਦਾ ਹੈ? ਉਹਨੇ ਤਾਂ ਸਾਰਾ ਅੱਗ ਹੀ ਸਾੜ ਦਵੇ, ਘਰ ਸਾੜਿਆ ਜਾਵੇਗਾ। ਗੁਰਮੁਖੋ ਇਸੇ ਤਰ੍ਹਾਂ ਕਹਿੰਦੇ ਆ, ਕੀਤਾ ਕਛੂ ਨਾ ਹੋਵੇ, ਅਖੀਰਲੇ ਸਮੇਂ ਦੇ ਵਿੱਚ ਕੁਝ ਨਹੀਂ ਹੋ ਸਕਦਾ। ਇਸੇ ਕਰਕੇ ਕਿਹਾ ਕਿ
ਕੇ ਕਾਲ ਕਰਮ ਦਾ ਅਬਹਿ ਹੈ ਕਾਰ, ਅਬ ਕਰਤਾ ਸੋਏ ਤਾਲ, ਪਾਛੈ ਕਛੂ ਨ ਹੋਏਗਾ, ਜੋ ਸਿਰ ਪਰ ਆਵੇ ਕਾਲ। ਬੜ ਭਾਗੀ ਮੇਰਾ ਪ੍ਰਭ ਮਿਲੈ, ਤਾਂ ਉਤਰੈ ਸਭ ਵਿਯੋਗ। ਗੁਰਮੁਖੋ ਕਹਿੰਦੇ ਜੇ ਕਿਸੇ ਦੇ ਵੱਡੇ ਭਾਗ ਹੋਣ, ਬੜ ਭਾਗੀ ਮੇਰਾ ਪ੍ਰਭ ਮਿਲੈ, ਕਹਿੰਦੇ ਉਹਨੂੰ ਮੇਰਾ ਪ੍ਰਭੂ ਪਰਮਾਤਮਾ ਮਿਲ ਜਾਵੇ ਤੇ ਵੱਡਿਆਂ ਭਾਗਾਂ ਦੇ ਨਾਲ, ਤਾਂ ਉਤਰ ਹੈ ਸਭੇ ਜਿਹੜੇ ਗੁਰਮੁਖੋ ਜਿਹੜੇ ਵਿਯੋਗ ਹੁੰਦੇ ਆ ਨਾ, ਤਾਂ ਉਤਰ ਹੈ ਸਭ ਵਿਯੋਗ ਵਿਛੋੜੇ, ਜੰਮਣ ਕਰਨ ਦੇ ਵਿਛੋੜੇ ਸਾਰੇ ਹੀ ਉਤਰ ਜਾਂਦੇ ਐ। ਨਾਨਕ ਕੋ ਪ੍ਰਭ ਰਾਖ ਲਹਿ, ਮੇਰੀ ਸਾਹਿਬ ਬੰਦੀ ਮੋਚਾ। ਧੰਨ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਮਹਾਰਾਜ ਕਹਿੰਦੇ ਗੁਰੂ ਕੇ ਸਿੱਖਾ, ਗੁਰੂ ਦੇ ਅੱਗੇ ਇਸ ਤਰ੍ਹਾਂ ਅਰਦਾਸ ਕਰਕੇ ਸੱਚੇ ਪਾਤਸ਼ਾਹ ਮੈਨੂੰ ਰੱਖ ਲੈ, ਇਹ ਸੰਸਾਰ ਸਮੁੰਦਰ ਤੋਂ ਮੈਨੂੰ ਰੱਖ ਲੈ। ਦੀਨ ਦਿਆਲ ਮੇਰੇ ਸਾਹਿਬ ਬੰਦੀ ਮੋਚ, ਮਹਾਰਾਜ ਤੁਸੀਂ ਤਾਂ ਬੰਦੀ ਖਾਨੇ ਦੇ ਵਿੱਚੋਂ ਛਡਾਉਣ ਵਾਲੇ ਹੋ। ਮੋਚ ਦਾ ਅਰਥ ਹੈ ਛਡਾਉਣਾ। ਗੁਰੂ ਕੇ ਸਿੱਖੋ, ਧੰਨ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਮਹਾਰਾਜ ਜੀ ਨੇ ਇਹ ਸਾਨੂੰ ਸਪਸ਼ਟ ਕਰਕੇ ਕਿਹਾ ਕਿ ਗੁਰੂ ਤੁਹਾਨੂੰ ਬੰਦੀ ਖਾਨੇ ਚੋਂ ਛਡਾ ਲਵੇਗਾ। ਧੰਨ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਮਹਾਰਾਜ ਜਦੋਂ ਬਾਬਰ ਦੇ ਕੋਲੇ ਗਏ, ਬਾਬਰ ਨੂੰ ਜਾਬਰ ਕਹਿ ਕੇ ਗੁਰਮੁਖੋਂ ਦੇ ਵਿੱਚ ਜਿੰਨੇ ਕੈਦ ਕੀਤੇ ਹੋਏ ਸੀ ਨਾ ਇਮਨਾਬਾਦ ਦੇ, ਸਾਰੇ ਲੋਕਾਂ ਨੂੰ ਛਡਾਇਆ। ਜਿੱਥੇ ਧੰਨ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਮਹਾਰਾਜ ਜੀ ਦਾ ਇਤਿਹਾਸ ਹੁੰਦਾ ਹੈ, ਉੱਥੇ ਆਪਾਂ ਛੇਵੇਂ ਪਾਤਸ਼ਾਹ ਮਹਾਰਾਜ ਜੀ ਗੁਰਮੁਖੋ ਮੇਰੀ ਪੀੜੀ ਦੇ ਮਾਲਕ ਸਾਹਿਬ ਸਤਿਗੁਰੂ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਦਾ ਇਤਿਹਾਸ ਪੜ੍ਹਦੇ ਆ। ਛੇਵੇਂ ਪਾਤਸ਼ਾਹ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਨੇ ਗਵਾਲੀਅਰ ਦੇ ਕਿਲ੍ਹੇ ਦੇ ਵਿੱਚੋਂ 52 ਰਾਜੇ ਜਿਹੜੇ ਗੁਰਮੁਖੋ ਬੜੇ ਵਿਆਕੁਲ ਹੋਏ ਸੀ, ਬੜੇ ਦੁਖੀ ਹੋਏ ਸੀ, ਉਹਨਾਂ ਨੂੰ ਗਵਾਲੀਅਰ ਦੇ ਕਿਲ੍ਹੇ ਦੇ ਵਿੱਚੋਂ ਛਡਾਇਆ। ਦਸਵੇਂ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਮਹਾਰਾਜ ਜੀ ਨੇ ਗੁਰਮੁਖੋ ਜਿਸ ਵਕਤ ਜ਼ਫ਼ਰਨਾਮਾ ਸਾਹਿਬ ਲਿਖਿਆ ਸੀ, ਜ਼ਫ਼ਰਨਾਮਾ ਸਾਹਿਬ ਲਿਖ ਕੇ ਤੇ ਔਰੰਗਜ਼ੇਬ ਦੇ ਕੋਲੇ ਭੇਜਿਆ। ਔਰੰਗਜ਼ੇਬ ਪੜ੍ਹ ਕੇ ਗੁਰਮੁਖੋ ਉਸੇ ਵਕਤ ਉਹ ਮਰ ਗਿਆ ਤੇ ਉਦੋਂ ਬਾਅਦ ਬਹਾਦਰ ਸ਼ਾਹ ਨੂੰ ਧੰਨ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਮਹਾਰਾਜ ਨੇ ਉਹਨਾਂ ਦੀ ਰਾਜ ਗੱਦੀ ਦਿੱਤੀ। ਬਹਾਦਰ ਸ਼ਾਹ ਨੂੰ ਧੰਨ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਮਹਾਰਾਜ ਨੇ ਰਾਜ ਗੱਦੀ ਤੇ ਥੱਪਿਆ ਤੇ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਹੁਕਮ ਕੀਤਾ ਸੀ ਕਿ ਬਹਾਦਰ ਸ਼ਾਹ ਔਰੰਗਜ਼ੇਬ ਨੇ ਜਿੰਨੇ ਵੀ ਕੈਦੀ ਕੈਦ ਕੀਤੇ ਹੋਏ ਆ, ਉਹਨਾਂ ਨੂੰ ਸਾਰਿਆਂ ਨੂੰ ਕੈਦ ਦੇ ਵਿੱਚੋਂ ਬਾਹਰ ਕੱਢ ਦੇ। ਕਿਹੜੇ ਕਿਹੜੇ ਗੁਣਾਂ ਨੂੰ ਬਿਆਨ ਕਰਾਂ। ਗੁਰਮੁਖੋ ਸੱਚਖੰਡ ਜਾਣ ਤੋਂ 30 ਸਾਲ ਬਾਅਦ ਧੰਨ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਮਹਾਰਾਜ ਜੀ ਦੇ 2 ਸਿੱਖ ਹੈ, ਭਾਵੇਂ ਹਜੇ ਸਿੱਖ ਬਣੇ ਨਹੀਂ ਸੀ, ਬਾਅਦ ਦੇ ਸਿੱਖ ਬਣੇ 2 ਸਿੱਖ, ਇੱਕ ਦਾ ਨਾਮ ਭਾਈ ਬਾਲਾ ਰਾਏ ਤੇ ਰੁਸਤਮ ਰਾਏ। ਇਹ ਦੋਨੇ ਕੈਦ ਦੇ ਵਿੱਚ ਹੈ। ਗੁਰਮੁਖੋ ਪੁਣੇ ਦੀ ਕੈਦ ਦੇ ਵਿੱਚ ਨੇ, ਜੇਲ੍ਹ ਦੇ ਵਿੱਚ ਕੈਦ ਨੇ, ਤੇ ਇੱਕ ਸਿੱਖ ਬਾਣੀ ਪੜ੍ਹ ਰਿਹਾ ਅਤੇ ਸਿੱਖ ਬਾਣੀ ਪੜ੍ਹਦਾ ਹੋਇਆ ਅਤੇ ਉਹਨਾਂ ਨੇ ਜਾ ਕੇ ਸਿੱਖ ਨੂੰ ਬੇਨਤੀ ਕੀਤੀ ਕਿ ਸਾਡੇ ਤੇ ਵੀ ਕਿਰਪਾ ਕਰ। ਤੇ ਸਿੱਖ ਕਹਿਣ ਲੱਗਾ ਕਿ ਦੁਨੀਆ ਦਾ ਮਾਲਕ ਤਾਂ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਮਹਾਰਾਜ ਹੈ। ਗੁਰੂ ਗੋਬਿੰਦ ਸਿੰਘ ਮਹਾਰਾਜ ਨੂੰ ਧਿਆਨ ਹੈ, ਤੁਹਾਨੂੰ ਇਹਨਾਂ ਜੇਲ੍ਹਾਂ ਤੋਂ ਵੀ ਕੇ ਤਾਂ ਭਵ ਸਾਗਰ ਤੋਂ ਵੀ ਬਾਹਰ ਕੱਢਣ ਵਾਲਾ ਹੈ। ਧੰਨ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਮਹਾਰਾਜ ਨੂੰ ਅਰਾਧਿਆ ਧਿਆਇਆ। ਬਾਲਾ ਰਾਏ ਤੇ ਰੁਸਤਮ ਰਾਏ ਨੂੰ ਧੰਨ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਮਹਾਰਾਜ ਜੀ ਨੇ ਆਪ ਉਸ ਕੈਦ ਦੇ ਵਿੱਚੋਂ ਸੰਗਲਾਂ ਦੇ ਨਾਲ ਬੱਝੇ ਹੋਏ ਸੀ, ਸੰਗਲਾਂ ਦੇ ਨਾਲ ਬੱਝਿਆ ਹੋਇਆ ਨੂੰ ਮੇਰੇ ਦੀਨ ਦਿਆਲ ਸੱਚੇ ਪਾਤਸ਼ਾਹ ਨੇ ਸੱਚਖੰਡ ਜਾਣ ਤੋਂ 30 ਸਾਲ ਬਾਅਦ ਵੀ ਭਾਈ ਕੈਦ ਦੇ ਵਿੱਚੋਂ ਛੁਡਾ ਲਿਆ ਸੀ। ਇਹ ਐਸੇ ਧੰਨ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਮਹਾਰਾਜ ਕੀ ਸਾਨੂੰ ਇਹਨਾਂ ਕਾਮ ਕ੍ਰੋਧ ਲੋਭ ਮੋਹ ਹੰਕਾਰ ਦੀ ਕੈਦ ਦੇ ਵਿੱਚੋਂ ਨਾ ਛਡਾਉਣਗੇ। ਇਹ ਮੇਰੇ ਦੀਨ ਦਿਆਲ ਸੱਚੇ ਪਾਤਸ਼ਾਹ ਮਹਾਰਾਜ ਦਿਆਲੂ ਹੈ, ਭਾਈ ਕਿਰਪਾਲੂ ਹੈ। ਮਹਾਰਾਜ ਜਿੱਥੇ ਆਮ ਕੈਦਾਂ ਕੈਦੀਆਂ ਨੂੰ ਕੈਦ ਦੇ ਵਿੱਚੋਂ ਛੁਡਾਉਂਦੇ ਹੈ, ਉਹ ਸੰਸਾਰ ਸਮੁੰਦਰ ਦੇ ਵਿੱਚ ਜਿਹੜੀ ਕੈਦ ਕਰਾਉਣ ਵਾਲੇ ਕਾਮ ਕ੍ਰੋਧ ਲੋਭ ਮੋਹ ਹੰਕਾਰ ਵਿਕਾਰ ਹੈ ਨਾ, ਉਹਨਾਂ ਨੂੰ ਵੀ ਸਾਨੂੰ ਛੁਡਾ ਲੈਂਦੇ ਹੈ। ਤਤ ਕੋ ਹੋਵੇ ਸਾਧ ਸੰਗ, ਬਿਨ ਸਭੇ ਸੋਚ। ਕੱਤਕ ਦੇ ਮਹੀਨੇ ਦੇ ਦੌਰਾਨ ਧੰਨ ਗੁਰੂ ਅਰਜਨ ਦੇਵ ਮਹਾਰਾਜ ਕਹਿੰਦੇ ਕੱਤਕ ਦੇ ਮਹੀਨੇ ਦੇ ਵਿੱਚ ਕਿਤੇ ਭਾਈ ਸਾਧ ਸੰਗਤ ਹੋ ਜਾਵੇ, ਕੋਈ ਗੁਰੂ ਦੀ ਸੰਗਤ ਕਰੇ। ਗੁਰਮੁਖੋ ਮੈਂ ਬੇਨਤੀ ਕਰਾਂਗਾ, ਧੰਨ ਗੁਰੂ ਅਰਜਨ ਦੇਵ ਮਹਾਰਾਜ ਜੀ ਦਾ ਸ਼ਬਦ ਹੈ, ਧੰਨ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਸ਼ਹੀਦਾਂ ਦੇ ਸਰਤਾਜ ਬਾਣੀ ਕੇ ਮੁਰਖ
ਨਿਮਰਤਾ ਦੇ ਪੁੰਜ ਅੱਗੇ ਅਰਦਾਸ ਕਰਕੇ ਜਾਈਏ ਕਿ ਮਹਾਰਾਜ ਜੇ ਤੁਸੀਂ ਇਹ ਸਾਨੂੰ ਉਪਦੇਸ਼ ਦਿੱਤਾ ਹੈ ਨਾ ਤੇ ਕਿਰਪਾ ਕਰਿਓ ਇਹ ਅਸੀਂ ਆਪਣੇ ਮਨ ਦੇ ਅੰਦਰ ਝੁਕਾ ਲਈਏ, ਵਸਾ ਲਈਏ। ਕਹੀਏ ਕਿ ਮਹਾਰਾਜ ਜਿਵੇਂ ਅੱਜ ਅਸੀਂ ਗੁਰੂ ਦੀ ਸੰਗਤ ਦੇ ਵਿੱਚ ਆਏ ਆ, ਇਸੇ ਤਰ੍ਹਾਂ ਪਿਤਾ ਪ੍ਰਤੀ ਅਸੀਂ ਗੁਰੂ ਦੀ ਸੰਗਤ ਦੇ ਵਿੱਚ ਆਉਂਦਾ ਹੈ। ਤੇ ਜਿਹੜਾ ਵੀ ਭਾਈ ਕੱਤਕ ਦੇ ਮਹੀਨੇ ਦੇ ਵਿੱਚ ਕਹਿੰਦਾ ਸਾਧ ਸੰਗਤ ਕਰਦਾ ਹੈ, ਗੁਰੂ ਅਰਜਨ ਦੇਵ ਮਹਾਰਾਜ ਕਹਿੰਦੇ ਸਾਧ ਸੰਗਤ ਕਰਨ ਵਾਲੇ ਦੇ ਭਾਈ ਬਿਨ ਸਹਿ ਸਭੇ ਸੋਚ, ਸਾਰੇ ਸੋਚ ਭਾਈ ਚਿੰਤਾਵਾਂ ਮਿਟ ਜਾਂਦੀਆਂ ਨੇ। ਕੋਈ ਉਹਦੇ ਅੰਦਰ ਸੋਚ ਨਹੀਂ ਰਹਿੰਦੀ, ਪਰ ਵਡ ਭਾਗੀ ਹਰ ਸੰਗਤ ਪਾਵੈ, ਭਾਗਹੀਨ ਪ੍ਰਭ ਝੂਟਾ ਖਾਵੈ। ਵੱਡਿਆਂ ਭਾਗਾਂ ਕਰਕੇ ਅਸੀਂ ਸੰਗਤ ਮਿਲਦੀ ਹੈ, ਤੇ ਜਿਨ੍ਹਾਂ ਨੂੰ ਮਿਲਦੀ ਹੈ ਭਾਈ ਮੇਰੇ ਮਾਧੋ ਜੀ ਸਤ ਸੰਗਤ ਮਿਲੇ ਸੋ ਤਰਿਆ, ਗੁਰ ਪ੍ਰਸਾਦ ਪਰਮ ਪਦ ਪਾਇਆ ਸੋ ਕੇ ਕਾਸ਼ਟ ਹਰਿਆ। ਧੰਨ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਮਹਾਰਾਜ ਜੀ ਦਾ ਅੱਜ ਦਾ ਇਹ ਕੱਤਕ ਮਹੀਨੇ ਦਾ ਸ਼ਬਦ ਗੁਰਮੁਖੋ ਸਮਾਂ ਜ਼ਿਆਦਾ ਹੋਇਆ ਹੈ, ਕਿਉਂਕਿ ਸੰਗਰਾਂਦ ਦੇ ਮਹੀਨੇ ਨੂੰ ਲੈ ਕੇ ਵਿਚਾਰ ਜਿਆਦਾ ਗੰਭੀਰ ਹੋ ਜਾਂਦੀ ਹੈ। ਮੈਂ ਆਪ ਸੰਗਤ ਤੋਂ ਮਾਫੀ ਚਾਹੁੰਦਾ। ਆਪ ਸੰਗਤ ਦਾ ਵਡਭਾਗੇ ਹੋ ਜੋ ਅੰਮ੍ਰਿਤ ਵੇਲੇ ਤੋਂ ਹਾਜ਼ਰੀਆਂ ਲਗਾ ਰਹੇ ਹੋ। ਗੁਰੂ ਦੇ ਅੱਗੇ ਅਰਦਾਸ ਬੇਨਤੀ ਕਰੀਏ ਕਿ ਸੱਚੇ ਪਾਤਸ਼ਾਹ ਜਿਵੇਂ ਆਪ ਦੀਨ ਦਿਆਲ ਸੱਚੇ ਪਾਤਸ਼ਾਹ ਕਸੂ ਦਾ ਮਹੀਨਾ ਸੁਖ ਸ਼ਾਂਤੀ ਦੇ ਨਾਲ ਸਾਡਾ ਸਫਲਾ ਕਰਾ ਰਿਹਾ ਹੈ, ਬਾਣੀ ਪੜ੍ਹਦਿਆਂ ਸਿਮਰਨ ਕਰਦਿਆਂ ਹੋਇਆਂ ਸਫਲਾ ਕਰਾਇਆ ਹੈ। ਆਉਣ ਵਾਲਾ ਕੱਤਕ ਦਾ ਮਹੀਨਾ ਵੀ ਦੀਨ ਦਿਆਲ ਹਮਾਰਾ ਸੋਖਾ ਭਰਿਆ ਲੈ ਕੇ ਆਉਣਾ। ਜਗਤ ਜਲੰਦਾ ਰੱਖ ਲੈ ਆਪਣੀ ਕਿਰਪਾ ਧਾਰ, ਜਿਤ ਦੁਆਰ ਉਬਰੈ ਤੱਤਾ ਦੇ ਗੋਬਾਦ। ਸੱਚੇ ਪਾਤਸ਼ਾਹ ਦੇ ਅੱਗੇ ਅਰਦਾਸ ਬੇਨਤੀਆਂ ਕਰੀਏ ਕਿ ਭਾਈ ਸੱਚੇ ਪਾਤਸ਼ਾਹ ਕਿਰਪਾ ਕਰਿਓ, ਸਾਨੂੰ ਕਾਮ ਕ੍ਰੋਧ ਮੋਹ ਹੰਕਾਰ ਤੋਂ ਬਚਾਇਓ। ਆਪ ਸੰਗਤ ਦੇ ਚਰਨਾਂ ਦੇ ਵਿੱਚ ਬੇਨਤੀ ਹੈ ਕਿ ਗੁਰਮੁਖੋ ਜਿਵੇਂ ਆਪਾਂ ਸ਼ਾਮਾਂ ਦੀ ਕਥਾ ਦਾ ਵੇਲਾ ਹੈ ਜੋ 15 ਮਿੰਟਾਂ ਦੀ ਤਬਦੀਲੀ ਕੀਤੀ ਗਈ ਹੈ, ਅਤੀ ਸਤਿਕਾਰਯੋਗ ਗ੍ਰੰਥੀ ਸਾਹਿਬਾਨ ਨੇ ਹੁਕਮ ਕੀਤਾ ਸੀ ਅਤੇ ਉਹ ਗੁਰਮੁਖੋ 15 ਮਿੰਟਾਂ ਦੀ ਤਬਦੀਲੀ ਹੈ ਕਿ ਪਹਿਲਾਂ ਆਪਾਂ ਪੌਣੇ 5 ਵਜੇ ਜਿਵੇਂ ਕਥਾ ਸ਼ੁਰੂ ਕਰਦੇ ਸੀ, ਅੱਜ ਸ਼ਾਮਾਂ ਦੀ ਜਿਹੜੀ ਕਥਾ ਹੈ ਉਹ 4:30 ਵਜੇ ਤੋਂ ਲੈ ਕੇ 5:15 ਵਜੇ ਤੱਕ ਕਥਾ ਹੋਵੇਗੀ ਅਤੇ ਬਾਕੀ 7 ਵਜੇ ਸਾਰੀ ਸਮਾਪਤੀ ਹੋਵੇਗੀ। ਆਪ ਸੰਗਤ ਨੇ ਹਾਥੀਆਂ ਭਰ ਕੇ ਲਾਹੇ ਪ੍ਰਾਪਤ ਕਰਨੇ। ਸ੍ਰੀ ਅਖੰਡ ਪਾਠ ਸਾਹਿਬ ਸੰਗਰਾਮ ਦੇ ਮਹੀਨੇ ਨੂੰ ਮੁੱਖ ਰੱਖਦਿਆਂ ਹੋਇਆਂ ਪ੍ਰਾਰੰਭ ਨੇ। ਅੱਜ 8:15 ਦੇ ਤਕਰੀਬ ਭੋਗਾਂ ਦੇ ਸ਼ਲੋਕ ਆਰੰਭ ਹੋਣਗੇ। ਨੌਵੇਂ ਪਾਤਸ਼ਾਹ ਮਹਾਰਾਜ ਜੀ ਦੇ ਸ਼ਲੋਕ ਵੀ ਆਪ ਸੰਗਤ ਨੇ ਸ਼ਰਵਣ ਕਰਨੇ, ਹਾਜ਼ਰੀਆਂ ਲਗਾਉਣੀਆਂ, ਗੁਰੂ ਚਰਨਾਂ ਦੇ ਅੰਦਰ ਅਰਦਾਸ ਬੇਨਤੀ ਕਰਨੀ ਕਿ ਮਹਾਰਾਜ ਸਾਨੂੰ ਇਹਨਾਂ ਵਿਕਾਰਾਂ ਤੋਂ ਰੱਖ ਲਓ ਤੇ ਆਪ ਹੀ ਸੱਚੇ ਪਾਤਸ਼ਾਹ ਮਹਾਰਾਜ ਕਿਰਪਾ ਕਰਿਓ। ਸਾਨੂੰ ਇਹ ਜਗਤ ਜਲੰਦੇ ਨੂੰ ਸਾਡੀ ਵੀ ਜਿੱਥੇ ਰੱਖਿਆ ਕਰਨੀ ਹੈ ਉੱਥੇ ਜਗਤ ਜਲੰਦੇ ਦੀ ਵੀ ਰੱਖਿਆ ਕਰਨੀ ਹੈ। ਹੋਈਆਂ ਭੁੱਲਾਂ ਚੁੱਕਾਂ ਦੀ ਮੁਆਫੀ, ਤੂੰ ਦਰਿਆਓ ਦਾਨਾ ਪੀਣਾ, ਮੈਂ ਮਛਲੀ ਕੈਸੇ ਅੰਦਰ ਕਹਾ। ਮਹਾਰਾਜ ਤੇਰੇ ਗੁਣ ਬਹੁਤੇ ਮੈਂ ਏਕ ਨਾ ਜਾਣਿਆ। ਇਹ ਜੀਂਦੇ ਆਪ ਸੱਚੇ ਪਾਤਸ਼ਾਹ ਮਹਾਰਾਜ ਦੇ ਗੁਣ ਬੜੇ ਹੈ, ਸਾਡੇ ਵਰਗੇ ਕਾਲਜੋਗੀ ਜੀਵ ਨਹੀਂ ਜਾਣ ਸਕਦੇ। ਹੋਈਆਂ ਭੁੱਲਾਂ ਚੁੱਕਾਂ ਦੀ ਮੁਆਫੀ ਬਖਸ਼ਿਸ਼ ਕਰਿਓ। ਆਪ ਸੰਗਤ ਦਾ ਧੰਨਵਾਦ। ਸਾਹਿਬ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੋ ਸੰਗਤ ਜੀ ਆਪ ਬਖਸ਼ਣ ਜੋ ਬਖਸ਼ ਲੈਣਾ। ਅਖੀਰੀਆਂ ਪੰਕਤੀਆਂ ਪੜ੍ਹ ਕੇ ਸਮਾਪਤੀ ਕਰੀਏ ਜੀ। ਨਾਨਕ ਕੋ